ਮੈਨੂੰ ਯਾਦ ਹੈ ਵਾਲਦਾ ਪੁੱਤਰ ਮੇਰੇ ਕੋਲ ਸੀਗੀ, ਉਹ ਚੱਕੀ ਪੀਸਦੇ ਸਨ, ਨਾਲ ਕੁਰਾਨ ਪਾਕ ਰੱਖਿਆ ਹੁੰਦਾ ਸੀ, ਦੀਵਾ ਮਿੱਟੀ ਦਾ ਜਲਿਆ ਹੁੰਦਾ ਸੀ। ਅਸੀਂ 15-16 ਹਜ਼ਾਰ ਕਾਫਲੇ ਦੀ ਸ਼ਕਲ ਦੇ ਵਿੱਚ ਰਵਾਨਾ ਹੋਏ। ਅੱਗੇ ਨਹਿਰ ਆ ਗਈ, ਤਿੰਨਾਂ ਤਰਫਾਂ ਤੋਂ ਸਾਡੇ 'ਤੇ ਹਮਲਾ ਹੋਇਆ। ਸਰਦਾਰਾਂ ਨੇ ਹਮਲੇ ਕੀਤੇ, ਫੌਜ ਨੇ ਹਮਲਾ ਕੀਤਾ। ਕੀ ਤੁਹਾਨੂੰ ਲੱਗਦਾ ਹੈ ਕਿ ਉੱਥੋਂ ਦੀ ਫੌਜ ਤੇ ਪੁਲਿਸ ਉਸ ਹਮਲੇ ਦੇ ਵਿੱਚ ਬਿਲਕੁਲ ਮੁਲਵਸ ਹੈ ਜੀ। ਉਹਨੇ ਬਕਾਇਦਾ ਦੱਸਿਆ ਸਾਨੂੰ, ਬਾਅਦ ਮੇਰੇ ਕੋਲ ਪਤਾ ਚੱਲਿਆ ਕਿ ਉਹਨੇ ਜਿਹੜਾ ਥਾਣੇਦਾਰ ਸੀ ਨਾ, ਉਹਨੇ ਜਾ ਕੇ ਨਹਿਰ ਦੇ ਉੱਤੇ ਜਾ ਕੇ ਦਰਮਿਆਨ 'ਚ ਫਾਇਰ ਕੀਤਾ। ਮੇਰਾ ਹੱਥ ਜਿਹੜਾ ਮੇਰੇ ਬੜੇ ਭਾਈ ਸ਼ਫਕਤ ਸਾਹਿਬ ਨੇ ਫੜਿਆ ਸੀਗਾ ਅਤੇ ਅਸੀਂ ਦੌੜੇ ਜਾ ਰਹੇ ਸੀਗੇ। ਇਸ ਤਰ੍ਹਾਂ ਤਕਰੀਬਨ 2:30, 3, 4 ਦੇ ਕਰੀਬ ਟਾਈਮ ਹੋ ਗਿਆ। ਕਿੱਧਰ ਦੌੜੇ ਜਾ ਰਹੇ ਕੋਈ ਪਤਾ ਨਹੀਂ। ਜਿੱਧਰ ਨੂੰ ਮੂੰਹ ਹੋਇਆ ਜਾਨ ਬਚਾਉਣ ਲਈ ਭੱਜ ਪਏ ਸੀ। ਉਸ ਦੌਰਾਨ ਤੇ ਮੇਰਾ ਹੱਥ ਛੁੱਟ ਗਿਆ ਬਾਈ ਕੋਲ, ਬੜੇ ਕੋਲ। ਕਹਿੰਦੇ ਪੁੱਤ ਥੋੜ੍ਹੀ ਖਾ ਲਓ, ਫਿਰ ਤੁਸੀਂ ਮੇਰੇ ਨਾਲ ਘਰ ਚੱਲੋ, ਫਿਰ ਤੁਹਾਨੂੰ ਮੈਂ ਹੋਰ ਰੋਟੀ ਪਕਾ ਕੇ ਦਊਂਗੀ। ਉਹ ਸਿੱਖ ਨਹੀਂ ਕਹਿਣ ਲੱਗੀ। ਉਹ ਸਾਨੂੰ ਘਰ ਲੈ ਗਈ। ਔਰਤ ਫਟਾਫਟ ਆਈ ਹੈ, ਮੇਰੇ ਕੋਲ ਹੀ ਖੂਹ ਸੀਗਾ, ਉਸ ਖੂਹ 'ਚ ਔਰਤ ਨੇ ਛਾਲ ਮਾਰ ਦਿੱਤੀ ਆ। ਉਹਦੇ ਬੰਦੇ ਨੂੰ ਉਹਨਾਂ ਨੇ ਫੜਿਆ ਔਰ ਮੇਰੇ ਸਾਹਮਣੇ ਕੀ ਕਰਨਾ ਸੀ, ਚੱਕਵੇ ਕੁਹਾੜੇ ਸੀ ਉਹਨਾਂ ਕੋਲ। ਉਹ ਔਰਤ ਨੇ ਬੁਰਕੇ 'ਚੋਂ ਹੱਥ ਕੱਢ ਕੇ ਮੇਰੀ ਬਾਂਹ ਫੜ ਲਈ। ਉਹਨੂੰ ਬਾਬੇ ਨੂੰ ਕਹਿਣ ਲੱਗੀ, ਬੰਦੇ ਨੂੰ, ਕਿ ਭਾਈ ਇਹ ਮੁੰਡਾ ਤਾਂ ਸਾਡਾ ਹੈ। ਤੁਹਾਡੇ 3 ਭਰਾ ਸਨ, ਭਾਬੀ ਸੀ, ਇੱਕ ਮਾਂ ਸੀ। ਹਾਂ, ਉਹਨਾਂ 'ਚ ਤੁਹਾਨੂੰ ਕਦੇ ਕੋਈ ਨਹੀਂ ਮਿਲਿਆ? ਕਦੇ ਵੀ ਨਹੀਂ। ਤੁਹਾਡੇ ਮਲੇਰ ਕੋਟਲਾ ਵਿੱਚ ਅੱਜ ਵੀ ਰਿਸ਼ਤੇਦਾਰ ਹੈ? ਅੱਜ ਵੀ ਬੈਠੇ हैं। ਜੇਕਰ ਤੁਸੀਂ ਸਾਡੇ ਚੈਨਲ ਦੀ ਹਰ ਨਵੀਂ ਵੀਡੀਓ ਬਾਰੇ ਵੇਲੇ ਨਾਲ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਫਿਰ ਸਾਡਾ ਚੈਨਲ ਸਬਸਕ੍ਰਾਈਬ ਕਰੋ। ਲੋ ਜੀ, ਅੱਜ ਅਸੀਂ ਬੈਠੇ ਹਾਂ ਮੀਆਂ ਚੰਨੂ ਸ਼ਹਿਰ, ਜ਼ਿਲ੍ਹਾ ਖਾਨੇਵਾਲ ਦੇ ਵਿੱਚ, ਜਿੱਥੇ ਇੱਕ ਹੋਰ ਬਜ਼ੁਰਗ ਸਾਡੇ ਨਾਲ ਨੇ। 1947 ਦੇ ਗਵਾਹ, 1947 ਦੀ ਤਵਾਰੀਖ, ਜਿੰਦੀ ਜਾਗਦੀ ਤਵਾਰੀਖ, ਇੱਕ ਹੋਰ ਕਹਾਣੀ ਹੰਝੂਆਂ ਵਿੱਚ ਪਰੋਈ ਹੋਈ, ਹੌਕਿਆਂ ਹਾਵਾਂ ਵਿੱਚ ਗੁੱਝੀ ਹੋਈ। ਹਮੇਸ਼ਾ ਕਹਿੰਦਾ ਹੁੰਦਾ ਮੈਂ, ਮੇਰੀਆਂ ਕਹਾਣੀਆਂ ਉਹਨਾਂ ਲੋਕਾਂ ਵਾਸਤੇ ਨੇ ਜਿਨ੍ਹਾਂ ਦੇ ਸੀਨੇ ਵਿੱਚ ਇਨਸਾਨ ਦਾ ਦਿਲ ਹੈ। ਇਨਸਾਨ ਦਾ ਦਿਲ ਜੋ ਇਨਸਾਨ ਦੀਆਂ ਪੀੜਾਂ ਨੂੰ ਮਹਿਸੂਸ ਕਰਦਾ ਹੈ, ਮਜ਼ਹਬ ਦੀ ਦੀਵਾਰ ਤੋਂ ਉੱਚਾ ਹੋ। ਮੇਰੇ ਸਾਹਮਣੇ ਜੋ ਸ਼ਖਸੀਅਤ ਬੈਠੀ ਹੈ, ਇਹਨੇ 1947 ਦੀਆਂ ਪੀੜਾਂ ਨੂੰ, 1947 ਦੀਆਂ ਦਰਦਾਂ ਨੂੰ ਜਿਸ ਤਰ੍ਹਾਂ ਹੰਡਾਇਆ ਹੈ, ਜਿਸ ਤਰ੍ਹਾਂ ਇਹਨਾਂ ਤੇ ਉਹ ਬੀਤੀਆਂ ਨੇ, ਉਹ ਲਫ਼ਜ਼ਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਇਸ ਸ਼ਖਸੀਅਤ ਦਾ ਤਾਲੁਕ ਆਪਣੇ ਵਕਤ ਦੀ ਇੱਕ ਬੜੀ ਨਾਮਵਰ ਫੈਮਿਲੀ ਨਾਲ, ਇੱਕ ਬੜੇ ਸਿਰ ਕੱਢਵੇਂ ਖਾਨਦਾਨ ਨਾਲ ਹੈ, ਜਿਹੜਾ ਕਿ ਰਿਆਸਤ ਪਟਿਆਲਾ ਵਿੱਚ ਰਾਜਾ ਪਟਿਆਲਾ ਦਾ ਕਾਜ਼ੀ ਦਾ ਅਹੁਦਾ ਰੱਖਦਾ ਸੀ। ਕਾਜ਼ੀ ਸਨ ਉਸ ਵਕਤ ਦੇ ਜੱਜ ਸਨ ਇਹ ਲੋਕ। ਲੇਕਿਨ ਫਿਰ 1947 ਦੀ ਹਿਜਰਤ ਵਿੱਚ ਤਕਦੀਰ ਨੇ ਇਹਨਾਂ ਨੂੰ ਇੰਜ ਰੋਲਿਆ ਕਿ ਸੁਣ ਕੇ ਹੰਝੂ ਆਪ ਮੁਹਾਰੇ ਅੱਖਾਂ ਵਿੱਚੋਂ ਡੁੱਲਣ ਪੈਂਦੇ ਨੇ। ਅੱਜ ਇਹ ਸ਼ਾਹ ਜੀ ਜਿਹੜੇ ਸਾਡੇ ਸਾਹਮਣੇ ਬੈਠੇ ਨੇ, ਇਹਨਾਂ ਨੂੰ ਆਪਣੇ ਘਰਦਿਆਂ, ਆਪਣੇ ਹੱਸਦੇ ਵਸਦੇ ਘਰਦਿਆਂ ਬਹੁਤ ਸਾਰੇ ਜੀਆਂ ਬਾਰੇ ਕੁਝ ਪਤਾ ਨਹੀਂ ਕਿ ਵੇਲੇ ਦੀ ਹਨੇਰੀ ਉਹਨਾਂ ਨੂੰ ਕਿੱਧਰ ਲੈ ਗਈ। ਰੁੱਖਾਂ ਦੇ ਪੀਲੇ ਪੱਤਿਆਂ ਵਾਂਗਰ ਉਸ ਹਨੇਰੀ ਵਿੱਚ ਉਹ ਡਿੱਗੇ ਤੇ ਕਿਹੜੇ ਪਾਸੇ ਉੱਡ ਗਏ ਕੋਈ ਪਤਾ ਨਹੀਂ। ਆਓ ਇਹ ਕਹਾਣੀ ਸੁਣੀਏ ਤੇ ਸ਼ਾਇਦ ਅਸੀਂ ਉਮੀਦ ਕਰਨੇ ਆ ਰੱਬ ਸੋਹਣੇ ਕੋਲੋਂ ਕਿ ਸ਼ਾਇਦ ਇਹਨਾਂ ਨੂੰ ਕੋ ਆਪਣੇ ਪਿਆਰਿਆਂ ਬਾਰੇ ਪਤਾ ਚੱਲ ਸਕੇ। ਬਾਬਾ ਜੀ, ਤੁਹਾਡਾ ਨਾਂ ਕੀ ਹੈ? ਪੂਰਾ ਨਾਂ ਦੱਸੋ ਸਾਨੂੰ। ਸੈयद ਇਮਦਾਦ ਹੁਸੈਨ। ਬਾਬਾ ਜੀ, ਤੁਹਾਡੇ ਬਾਪ ਦਾ ਕੀ ਨਾਂ ਸੀ? ਵੱਡੇ ਸ਼ਾਹ ਸਾਹਿਬ ਦਾ? ਸੈयद ਸ਼ਬੀਰ ਹੁਸੈਨ। ਤੇ ਦਾਦਾ ਜੀ ਦਾ ਕੀ ਨਾਂ ਸੀ? ਸੈयद ਇਕਰਾਰ ਅਲੀ ਸ਼ਾਹ। ਤੇ ਬਾਬਾ ਜੀ, ਹੁਣ ਸਾਨੂੰ ਇਹ ਦੱਸੋ ਕਿ ਤੁਹਾਡਾ ਘਰ ਕਿੱਥੇ ਸੀ, ਕਿਹੜੀ ਥਾਂ ਤੇ, ਕਿਹੜੇ ਸ਼ਹਿਰ 'ਚ? ਕਸਬਾ ਪਾਇਲ, ਰਿਆਸਤ ਪਟਿਆਲਾ। ਕਸਬਾ ਪਾਇਲ, ਰਿਆਸਤ ਪਟਿਆਲਾ, ਮਹੱਲਾ ਕਾਜ਼ੀਆਂ। ਉਹਦੇ ਵਿੱਚ ਸਾਡੇ ਘਰ ਸੀਗੇ 10 ਦੇ ਕਰੀਬ ਆਬਾਦ। ਬਾਕੀ ਉਜੜ ਗਏ ਸੀ ਪਹਿਲੇ ਜੀ। ਲੇਕਿਨ ਜਿਸ ਵਕਤ ਅਸੀਂ ਬੈਠੇ ਹਾਂ, ਉਸ ਵਕਤ ਮੇਰੇ ਮਕਾਨ ਦੇ ਨਾਲ ਮਕਾਨ ਜਿਹੜੇ ਸੀਗੇ, ਮੇਰੇ ਚਾਚਾ ਯੂਨਸ ਸੀਗੇ, ਇਹ ਹਿਕਮਤ ਦਾ ਕੰਮ ਕਰਦੇ ਸੀ। ਮੇਰੇ ਨਾਲ ਹੀ ਗਲੀ ਦੇ ਵਿੱਚ ਮੇਰੇ ਨਾਨਾ सैयद रहमत अली शाह ਰਹਿੰਦੇ ਸਨ। ਮੇਰੇ ਨਾਨਾ सैयद ਮੁਹੰਮਦ हुसैन शाह ਰਹਿੰਦੇ ਸਨ।
ਮੇਰੇ ਦਾਦਾ ਮੇਰੇ ਤਾਇਆ ਸੈयद ਦਿਲਵਰ ਹੁਸੈਨ ਰਹਿੰਦੇ ਸਨ। ਉਹਦੇ ਨਾਲ ਇੱਕ ਬਹਾਵਲ ਸ਼ੇਰ ਬਾਬਾ ਰਹਿੰਦਾ ਸੀਗਾ। ਠੀਕ ਹੈ ਜੀ। ਇਹ ਫੈਮਲੀਆਂ ਸੀਗੀਆਂ ਜਿਨ੍ਹਾਂ ਦੇ ਬੱਚੇ ਮੁਲਾਜ਼ਮਤ ਦੇ ਸਿਲਸਿਲੇ ਲੁਧਿਆਣੇ ਜਾਂ ਕਿਤੇ ਸੀਗੇ, ਲੇਕਿਨ ਈਦ ਦੀ ਵਜ੍ਹਾ ਨਾਲ ਸਾਰੇ ਲੋਕ ਆਪਣੇ ਘਰ ਆ ਗਏ। ਬਾਬਾ ਜੀ, ਮੈਂ ਜਾਣਨਾ ਚਾਹਾਂਗਾ ਕਿ ਤੁਹਾਡਾ ਤਾਲੁਕ ਕਿਸ ਖਾਨਦਾਨ ਨਾਲ ਹੈ? ਤੁਸੀਂ ਸੈयद ਹੋ ਤੇ ਕਿਹੜੇ ਸੈयद ਹੋ? ਅਸੀਂ ਸੈयद ਬੁਖਾਰੀ हैं जी, बुखारे तो आए हैं। असल असी जनाब नकी की औलाद हैं, 10वीं इमाम की औलाद। ਠੀਕ ਹੈ। ਤੁਹਾਡੀ ਰਹਿਸ਼ ਪਾਇਲ ਦੇ ਵਿੱਚ ਸੀ? मेरे दादा परदादा काफ़ी पुश्ता तो हिंदुस्तान जो आए हैं असी आए होंगे कई पुश्ता, मैंने 10 याद 8 ना याद हैं। पहले बड़े से यार मोहम्मद, फिर फैज़ मोहम्मद, फिर गुलाम रसूल, फिर चिराग अली शाह, फिर कराली शाह, फिर शबीर हुसैन, फिर बंदा सईद इमदाद हुसैन। मेरे 4 भाई से। बड़े भाई से शफकत हुसैन, उन्होंने छोटे से गफार, उन्होंने छोटा मैं इमदाद, उन्होंने तो छोटा महमूद। थोड़े सामने की तस्वीर लगी है, ये मेरे 2 भाई हैं। ठीक है। ये ये तस्वीर पहले पार्टीशन तो पहले दी बचपन दी फोटो है। उस वक्त इन्हें शादी बड़िया की हो चुकी जो पाकिस्तान बनया। ठीक। शफकत हुसैन की शादी हो चुकी है। छोटा ये नाल बैठे हैं गफार, वो 9वीं पढ़े सन फलौर अपनी फुफी के कोल। ईद करने वास्ते वो घर आ गए। ठीक है बाबा जी, उस पासे आप चलने हाँ। हाँ जी। सानू ये दसो कि तुहाडा खानदान जिहड़ा, जिस तरह कि मैं पहले दसिया कि राजा पटियाला दा काजी दा ओहदा रखदा मतलब सी। साढ़े परदादा तक दादा तक एक काजी रहे थे। उससे बाद फिर अपने घर आ गए। दादा ने जवाब देता अपने मामे के पुत नूं देता। सैयद मोहम्मद हुसैन साहब काजी कहते सन। ईद भी पढ़ाते सन पहल दे विच, ईद वही पढ़ाते सन। और ईद पढ़ाने तो चंद दिन पहले ही वो चले गए सन, वो बच गए। लेकिन असी रहे, साढ़े इलाके च हमले होए, शहर दे विच हमला कोई नहीं होया। ठीक है। वो गल करते हैं जी, ਆਪਾਂ ਇਹ ਦੱਸੋ ਵੀ ਤੁਹਾਡੇ ਵਾਲਿਦ ਸਾਹਿਬ ਜਿਹੜੇ ਸੀ ਉਹਨਾਂ ਦਾ ਨਾਂ ਤੁਸੀਂ शबीर हुसैन। ਸ਼ਬੀਰ ਹੁਸੈਨ ਸ਼ਾਹ ਸਾਹਿਬ ਸਾਨੂੰ ਦੱਸਿਆ। हाँ, वो अक्सर लुधियाने रहते सन, हिकमत करते सन। ਉਹ हिकमत ਕਰਦੇ ਸੀ। हिकमत करते सन। कुछ मरीदी भी होंगे, जैसे सादात का कम है, मरीद कम है, लेकिन हिकमत ज़्यादा सी। लोहारा फैमिली ना ज़्यादा अलग से होना था। लोहार फैमिली ठीक है। लुधियाने दे विच। ਜਿਹੜਾ ਤੁਹਾਡਾ ਸ਼ਹਿਰ ਸੀ ਪਾਇਲ, हाँ जी। ਪਾਇਲ ਦੇ ਵਿੱਚ ਮੁਸਲਮਾਨ ਕਿੰਨੇ ਕੁ ਆਬਾਦ ਸਨ? मुसलमान मैं नहीं कुछ दस सकता, ज़्यादा थोड़े लोग सन। ज़्यादा हिंदू सीगे, सिख ज़्यादा सीगे। ਤੁਹਾਡੇ ਮੁਹੱਲਾ ਜਿਹੜਾ ਸੀ ਉਸ साढ़े ਮੁਹੱਲੇ विच कोई दूसरा मतलब दूसरे मुसलमान सीगे, गैर मुसलमान कोई नहीं सीगा साढ़े महल्ले च। ਤੁਹਾਡੇ ਮੁਹੱਲੇ 'ਚ 10 ਫੈਮਲੀਆਂ ਸਨ ਸੈयद? तकरीबन अपनी यहाँ 10 फैमिलियाँ होंगी। 10 घर मैं गिना सकता जिन्हें मैं दसिया तुहानूं। ਮੁਹੱਲਾ ਕਾਜ਼ੀਆਂ ਵਾਲਾ, महला काजियाँ ਉਹਦੇ ਵਿੱਚ ਸਿੱਖ ਵੀ ਆਬਾਦ ਸੀ? नहीं, कोई नहीं। हिंदू कोई नहीं सी, सिख कोई नहीं सीगा। दूसरी छोटियां कौमां मुसलमान आबाद होंगे साढ़े नाल। जुलाए अंसारी नाल सीगे साढ़े। जुलाए असीं कहने उस जमाने उन्हें अंसारी कहने। उन्हां दी जामा मस्जिद भी सीगी, उत्थे लोग जुमा ही पढ़ते सन। ते साडी मस्जिद जिहड़ी आ ਉਹਦੇ सिर्फ नमाज पढ़ते सी। ਜਿਹੜੀ ਸਈਦਾਂ ਦੇ ਮਹੱਲੇ 'ਚ ਮਸਜਿਦ ਸੀ ਉਹ ਸਿਰਫ ਨਮਾਜ਼ ਪੜ੍ਹਦੇ ਸੀ। ਅਸੀਂ ਤੁਹਾਡੇ ਬਾਰੇ ਜਾਣਨਾ ਹੈ ਕਿ ਜਿਸ ਵੇਲੇ ਉਹ ਹਲਚਲਾ ਪਿਆ 47 ਦਾ, ਜੀ ਜੀ, ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੱਥੋਂ ਉੱਠਣਾ ਪੈਣਾ ਹੈ? ਸਾਡੇ ਕੁਰਬੋ ਜਵਾਰ ਜਿਹੜੇ ਇਤਿਹਾਸ ਸਨ ਜੀ, ਉਹ ਸਾਰੇ ਸਾਡੇ ਪਿੰਡ 'ਚ ਆ ਗਏ। ਉਧਰ ਅੱਗਾਂ ਲੱਗ ਗਈਆਂ, ਕੁਛ ਹੋ ਗਈਆਂ, ਸ਼ਹਿਰ 'ਚ ਆ ਗਏ ਸਾਡੇ ਪਹਿਲ ਦੇ ਵਿੱਚ। ਅਸੀਂ ਉਹਨਾਂ ਦੀ ਬੜੀ ਖਿਦਮਤ ਕੀਤੀ ਹੈ, ਮੈਨੂੰ ਯਾਦ ਹੈ। ਠੀਕ ਹੈ। ਰਾਸ਼ਨ ਬੱਕਰੇ ਕਰੋ, ਫਲਾਣਾ ਕਰੋ, ਟਿਮਕਾ ਕਰੋ, ਸਭ ਕੁਝ ਕਰਦੇ ਰਹੇ। फिर प्रोग्राम बनया कि तुसी जेड़ा पैल वाले लोग हैं, ये काफले की शक्ल दे विच बाहरों भी लोग आए हैं, ये तुसी मलेरकोटले जाना है। ठीक है। मलेरकोटले तुसी फिर पाकिस्तान जा सकते हो। रमज़ान शरीफ तो बाद प्रोग्राम होया। ईद असी घर की छोटी। ईद की 12 तारीख, दूजे चंद की तारीख का मैंने याद नहीं पता। ईद की 12 तारीख में असी घरों निकले हैं। मुनज़म तरीके नाल सानू कढ़िया गया, तुहानू मलेरकोटले पहुँचावांगे। शहर की आबादी के नाल जी जहाद की आबादी है, वह भी पिछले नाल मुसलमान जोड़े हमले होकर आए। असी 15-16 हज़ार काफले की शक्ल दे विच रवाना होए। ਤੁਹਾਨੂੰ ਕਿੰਨੇ ਕਿਹਾ ਸੀ ਵੀ ਤੁਹਾਨੂੰ ਅਸੀਂ ਮਹਿਫੂਜ਼ ਤਰੀਕੇ ਨਾਲ ਮਲੇਰਕੋਟਲੇ? उन्होंने तो कोई हैड होएगा जी, जेड़ा मैं सुनिया करो। मेरे भाई जान के बड़े शफकत साहब जेड़े बैठे हैं, शफकत साहब उस वक्त रजाकार सी या की समझ लो उन्होंने विच सीगे। उन्होंने साड़ी पुलिस जिहड़ी है पहल दी, उन्हें कहा थानू मुनज़म तरीके नाल सही नाल थानू मलेरकोटले पहुँचावांगे। ਉਹ ਯਕੀਨਨ ਪਟਿਆਲਾ ਦੀ ਆਰਮੀ ਔਰ ਪੁਲਿਸ ਹੋਏਗੀ बिल्कुल जिन्हें ਤੁਹਾਡੇ ਨਾਲ ਵਾਅਦਾ ਕੀਤਾ ਹੋਣਾ ਹੈ। वादा किया जी। अच्छा जी। रात में वैसे कुछ लोग टुरन लगे, यानी कि एक रात पेशतर
ਤੁਰੇ ਲੱਗੇ। ਮੈਂ ਇੱਥੇ ਗੱਲ ਆਪਣੇ ਸੁਣਨ ਵਾਲਿਆਂ ਵਾਸਤੇ, ਵੇਖਣ ਵਾਲਿਆਂ ਵਾਸਤੇ, ਤੁਸੀਂ ਕਿਹਾ ਕਿ ਈਦ ਦੇ ਮਹੀਨੇ ਦੀ 12 ਤਾਰੀਖ, ईद उल फितर 12 तारीख। अब मेरे को डेयरी लिखी पई है। ਅਸੀਂ ਅੰਦਾਜ਼ੇ ਨਾਲ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗੇ ਕਿ ਉਸ ਵੇਲੇ ਸ਼ਾਇਦ ਇਹ ਅਗਸਤ ਦੀ 29-30 ਤਾਰੀਖ ਬਣਦੀ ਹੈ। 30 ਤਾਰੀਖ ਦੇ ਕਰੀਬ ਜਿਹੜਾ ਹੈ ਇਹ ਦਿਨ ਬਣਦਾ ਜਦੋਂ ਇਹਨਾਂ ਨੂੰ ਪਾਇਲ ਸ਼ਹਿਰ ਚੋਂ ਕੱਢਿਆ ਗਿਆ ਸੀ। ਕੱਢਿਆ ਗਿਆ ਜੀ, ਬਿਲਕੁਲ ਜੀ। ਅਸੀਂ ਘਰੋਂ ਨਿਕਲੇ ਹਾਂ ਜੀ, ਬਸ ਤੂੰ ਰਾਤ ਨੂੰ ਆਪਣੇ ਗੱਡਿਆਂ 'ਤੇ ਸਵਾਰ ਕੀਤਾ, ਗੱਡੇ ਵੈਲਾਂ ਵਾਲੇ ਗੱਡੇ, ਉਹਨਾਂ 'ਤੇ ਸਵਾਰ ਕੀਤਾ। ਅਸੀਂ ਖੁਦ ਬੱਚੇ ਵੀ ਸਵਾਰ ਹੋਏ, ਬੜੇ ਜਿਹੜੇ ਆਪਣੇ ਗੱਡੀਆਂ ਨਾਲ ਜਾ ਰਹੇ ਹਾਂ। ਤਕਰੀਬਨ ਦੁਪਹਿਰ ਦਾ ਟਾਈਮ ਹੋਇਆ ਜਿਸ ਵਕਤ ਅਸੀਂ ਸਾਨੂੰ, ਮੈਂ ਵੀ ਰਸਤੇ ਦੇਖਿਆ, ਮੈਨੂੰ ਹੋਸ਼ ਹੈ ਕਿਉਂਕਿ ਮੈਂ ਇੱਕ ਅੱਛੇ ਮਾਹੌਲ ਦਾ ਬੱਚਾ ਸੀਗਾ ਅਤੇ ਮੈਂ ਦੇਖਦਾ ਕਿ ਮੇਰੇ ਕੋਲ ਦੀ ਸਰਕਾਰ ਸਿੱਖ ਲੰਘਦੇ ਜਾ ਰਹੇ ਹਨ ਬੜੇ ਤੇਜ਼ੀ ਨਾਲ, ਸਾਨੂੰ ਉਹਨਾਂ ਨੇ ਕੁਛ ਨਹੀਂ ਆਖਿਆ, ਤੇਜ਼ੀ ਨਾਲ ਜਾ ਰਹੇ ਹਨ। ਜਿਸ ਵੇਲੇ ਰਸਤੇ ਦੇ ਵਿੱਚ ਗਏ ਬਿਲਕੁਲ ਕਰੀਬ, ਅਤੇ ਸਾਨੂੰ ਉਹਨਾਂ ਨੇ ਹੁਕਮ ਦਿੱਤਾ ਕਿ ਗੱਡੀਆਂ ਤੋਂ ਔਰਤਾਂ ਨੂੰ ਲਾ ਲਓ, ਗੱਡੇ ਵਿਹਲੇ ਕਰ ਦਿਓ। ਅਸੀਂ ਗੱਡੇ ਵਿਹਲੇ ਕਰ ਦਿੱਤੇ। ਸਾਡੀ ਮਸਤੂਰਾਤ, ਮੇਰੀ ਵਾਲਦਾ, ਮੇਰੀ ਭਾਬੀ, ਮੇਰੀ ਮਾਮੀਆਂ, ਮੇਰੀ ਮਾਸੀਆਂ ਜਿਹੜੀਆਂ ਕਰੀਬ ਸੀ ਖਾਨਦਾਨ ਸਾਰੀਆਂ, ਉਹਨਾਂ ਨੂੰ ਗੱਡੀਆਂ ਲਾ ਲਿਆ ਗਿਆ, ਪੈਦਲ ਤੁਰ ਪਈਆਂ। ਬੁਰਕੇ ਸਾਨੂੰ ਦੇ ਚਿੱਟੇ ਬੁਰਕੇ ਦੇ ਮੈਨੂੰ ਯਾਦ ਹੈ। ਥੋੜ੍ਹੀ ਦੂਰ ਗਿਆ ਜੇ ਤਕਰੀਬਨ ਦੁਪਹਿਰ ਦਾ ਟਾਈਮ ਹੋਇਆ, ਅਤੇ ਮੈਂ ਬਾਅਦ ਸੁਣਿਆ ਇੱਧਰ ਮੇਰੇ ਕੋਲ ਜਾ ਕੇ ਕਿ ਜਿਹੜੇ ਨਾਲ ਬਾਡੀਗਾਰਡ ਸੀ ਨਾ, ਮੁਸਲਮਾਨ ਨਹੀਂ ਸਿੱਖ ਸੀਗਾ, ਪੁਲਿਸ ਦਾ ਬੰਦਾ, ਇੱਕ ਨਹਿਰ ਆਈ, ਉਹਦੇ ਮੋਰਾਂ ਦੀ ਨਹਿਰ ਮਸ਼ਹੂਰ ਹੈ, ਉਹ ਨਹਿਰ ਦਾ ਨਾਮ ਮੋਰਾਂ ਦੀ, ਔਰ ਉਹ ਉੱਚੀ ਚੜ੍ਹ ਕੇ ਜਾ ਕੇ ਤੇ ਪਰਲੇ ਪਾਸੇ ਗੁਜ਼ਰਦੇ ਸੀ। ਜਿਸ ਵਕਤ ਉਹ ਦਰਮਿਆਨ 'ਚ ਸਰਦਾਰ ਸਾਡਾ ਥਾਣੇਦਾਰ ਜਾਂ ਕੀ ਗੁਜ਼ਰਿਆ, ਉਹਨੇ ਫਾਇਰ ਕੀਤਾ। ਮੈਂ ਬਕੌਲ ਲੋਕਾਂ ਦੇ, ਮੈਂ ਤਾਂ ਨਹੀਂ ਸੁਣਿਆ ਨਾ, ਲੋਕਾਂ ਨੇ ਦੱਸਿਆ ਕਿ ਇੱਦਾਂ ਉਹਨੇ ਫਾਇਰ ਕੀਤਾ ਅਤੇ ਜਨਾਬ ਤੋਂ ਤਿੰਨਾਂ ਤਰਫਾਂ ਤੋਂ ਅੱਗੇ ਨਹਿਰ ਆ ਗਈ, ਤਿੰਨਾਂ ਤਰਫਾਂ ਤੋਂ ਸਾਡੇ 'ਤੇ ਹਮਲਾ ਹੋਇਆ। ਸਰਦਾਰਾਂ ਨੇ ਹਮਲੇ ਕੀਤੇ, ਫੌਜ ਨੇ ਹਮਲਾ ਕੀਤਾ, ਕਿਹਨੇ ਕੀਤਾ। ਇਸੇ ਦੌਰਾਨ ਮੇਰੀ ਉਂਗਲੀ, ਮੇਰਾ ਹੱਥ ਜਿਹੜਾ ਮੇਰੇ ਬੜੇ ਭਾਈ ਸ਼ਫਕਤ ਸਾਹਿਬ ਨੇ ਫੜਿਆ ਸੀਗਾ, ਅਤੇ ਅਸੀਂ ਦੌੜੇ ਜਾ ਰਹੇ ਸੀਗੇ। ਇਸ ਤਰ੍ਹਾਂ ਤਕਰੀਬਨ 2:30, 3, 4 ਦੇ ਕਰੀਬ ਟਾਈਮ ਹੋ ਗਿਆ। ਕਿੱਧਰ ਦੌੜੇ ਜਾ ਰਹੇ, ਕੋਈ ਪਤਾ ਨਹੀਂ, ਕੋਈ ਨਹੀਂ। ਜਿੱਧਰ ਨੂੰ ਮੂੰਹ ਹੋਇਆ ਜਾਨ ਬਚਾਉਣ ਲਈ ਭੱਜ ਪਏ ਸੀ। ਉਸ ਦੌਰਾਨ 'ਤੇ ਮੇਰਾ ਹੱਥ ਛੁੱਟ ਗਿਆ ਬਾਈ ਕੋਲੋਂ, ਬੜੇ ਕੋਲੋਂ। ਉਹ ਆਪਣੇ ਅੱਗੇ ਨਿਕਲ ਗਏ, ਬੜੇ ਸ਼ਫਕਤ ਸਾਹਿਬ ਉਹਨਾਂ ਨਾਲ, ਉਹਦੀ ਬੀਵੀ ਨਾਲ ਹੈ, ਉਹਦੇ ਬੱਚਾ ਉਹਨਾਂ ਦਾ ਕੋਈ ਨਹੀਂ ਹੋਇਆ, ਸਾਲ ਹੀ ਹੋਇਆ ਸ਼ਾਦੀ ਨੂੰ। ਉਸ ਵਕਤ ਜਨਾਬ ਮੈਂ ਕੀ ਕੀਤਾ, ਮੈਂ ਉੱਠ ਕੇ ਗਿਰ ਕੇ ਨੀਚੇ ਜਿੱਥੇ ਉੱਠਿਆ, ਉੱਠ ਕੇ ਮੈਂ ਇੱਕ ਖੇਤ ਦੇ ਵਿੱਚ ਵੜ ਗਿਆ। ਉਹ ਸ਼ਾਮ ਵੀ ਗੁਜ਼ਾਰੀ ਖੇਤ ਦੇ ਵਿੱਚ। ਖੇਤ ਸੀ ਕੋਈ ਪੱਠਿਆਂ ਦਾ ਜਾਂ ਮੱਕੀ ਦਾ, ਕੀ ਸਮਝ ਲਓ, ਕੁਛ ਵੱਡੇ ਕੱਦ ਦਾ। ਮੈਂ ਛੁਪ ਗਿਆ, ਉੱਥੇ ਛੁਪਿਆ ਰਿਹਾ। ਉਸ ਦੌਰਾਨ 'ਚ ਇੱਕ ਬੰਦਾ ਮੇਰੇ ਕੋਲ ਆ ਕੇ ਬਹਿ ਗਿਆ, ਮੁਸਲਮਾਨ, ਰਾਤ ਨੂੰ। ਮੈਨੂੰ ਕਹਿੰਦਾ ਕਾਕਾ ਤੂੰ ਕੌਣ ਹੈ? ਮੈਂ ਦੱਸਿਆ। ਉਹ ਸਾਡੇ ਮਹੱਲੇ ਦਾ ਛੀਂਬਾ, ਅਸੀਂ ਪੰਜਾਬੀ ਪਤਾ ਨਹੀਂ ਉਹਨੂੰ ਕੀ ਕਹਿੰਦੇ ਸੀ ਲੋਕ, ਛੀਂਬਾ ਸੀਗਾ। ਅਸੀਂ ਕਹਿੰਦੇ ਸੀ ਜਿਹੜੇ ਹੁਣ ਤਾਂ ਪਿੰਜੇ ਲੱਗੇ ਨਾ ਰੂਮ ਦੇ ਭਜਾਉਣੇ, ਉਹ ਇਸ ਤਰ੍ਹਾਂ ਕੋਈ ਕਰਦੇ ਸਨ ਜਿਹਦੇ ਨਾਲ ਰੂਮ ਪਿੰਜਦੇ ਸੀਗੇ। ਠੀਕ ਹੈ, ਠੀਕ। ਉਹ ਬੰਦਾ ਸਾਡੇ ਮਹੱਲੇ ਦਾ ਹੈ, ਉਹ ਮੈਨੂੰ ਜਾਣਦਾ ਸਮਝੋ। ਉਹਨੂੰ ਕਹਿੰਦਾ ਕਾਕਾ ਤੂੰ ਪਰੇ ਹੋ ਕੇ ਬਹਿ ਜਾ। ਮੈਂ ਪਰੇ ਹੋ ਕੇ ਬਹਿ ਜਾਂਦਾ। ਉਸੇ ਦੌਰਾਨ ਦੇ ਵਿੱਚ ਜਨਾਬ ਕੋਈ ਤਲਾਸ਼ ਕਰਦੇ, ਅਸੀਂ ਚੀਖੋ ਪੁਕਾਰ ਸੁਣਦੇ ਰਹੇ ਅੰਦਰ ਬੈਠੇ। ਮਾਰ ਕੁਟਾਈ ਮੁਸਲਮਾਨਾਂ ਦੀ ਹੋ ਰਹੀ ਹੈ, ਚੀਖੋ ਪੁਕਾਰ ਹੋ ਰਹੀ ਹੈ। ਉਸੇ ਦੌਰਾਨ ਉਹ ਬੰਦੇ ਨੇ ਬੇਵਕੂਫੀ ਨੇ ਕੀਤੀ ਕਿ ਉਹ ਇੱਕ ਸਿੱਖ ਅੰਦਰ ਵੜਿਆ, ਉਹਨੇ ਉਹਦੇ ਕੁਆੜੀ ਮਾਰੀ। ਉਹ ਜਿਹੜਾ ਮੇਰੇ ਨਾਲ ਛੀਂਬਾ ਬੈਠਾ ਮੁਸਲਮਾਨ, ਇੰਨਾ ਕੁ ਫਾਸਲਾ ਜਿੰਨਾ ਦਰਵਾਜ਼ਾ ਕਰੀਬ, ਲੇਕਿਨ ਹਨੇਰਾ ਹੈ, ਇਸ ਵਾਸਤੇ ਉਹਨੂੰ ਉਹ ਪਕੜ ਕੇ ਘੜੀਸ ਕੇ ਬਾਹਰ ਲੈ ਗਏ। ਮੈਂ ਉੱਥੇ ਬੈਠਾ ਰਹਿ ਗਿਆ। ਰਾਤ ਗੁਜ਼ਰ ਗਈ। ਇਸ ਤਰ੍ਹਾਂ ਗੁਜ਼ਰੀ ਕਿ ਮੇਰੀ ਅੱਖ ਲੱਗਦੀ ਸੀ, ਮਹਿਸੂਸ ਹੁੰਦਾ ਮੈਂ ਘਰ ਸੁੱਤਾ ਪਿਆ। ਲੇਕਿਨ ਜਿਸ ਵਕਤ ਮਤਲਬ ਮੇਰੇ ਹੱਥ ਉਹਦੇ ਤਰੇਲਾਂ ਨੂੰ ਪੈਂਦੇ ਸੀਗੇ ਪੱਤਿਆਂ ਦੀ ਨੂੰ, ਫਿਰ ਮੈਂ ਮਹਿਸੂਸ ਕੀਤਾ ਕਿੱਥੇ ਹਾਂ ਮੈਂ। ਅੱਲਾ ਸੁਬਾਹ ਦਿਨ ਚੜ੍ਹਿਆ ਜੀ, ਕੋਈ ਸੂਰਜ ਨਿਕਲਿਆ ਥੋੜ੍ਹਾ ਜਿਹਾ, ਮੈਨੂੰ ਕੋਈ ਰਸਤੇ ਦਾ ਪਤਾ ਨਹੀਂ। ਮੈਂ ਬੇਤੁਕਾ ਹੀ ਦੌੜ ਪਿਆ, ਕੁਛ ਦੌੜਿਆ। 9-10 ਸਾਲਾਂ ਦਾ ਇੱਕ ਬੱਚਾ ਜਿਹਦੇ ਘਰ ਵਾਲੇ ਵੀ ਉਹਦੇ ਨਾਲ ਨਹੀਂ ਨੇ, ਤੇ ਮੌਤ ਉਹਦੇ ਮਗਰ ਲੱਗੀ ਹੈ, ਉਹ ਦਿਨ ਚੜ੍ਹਦੇ ਹੀ ਦੌੜ ਪਿਆ ਜੀ, ਬੇਤੁਕਾ। ਕੋਈ ਨਹੀਂ ਕਿਤੇ ਜਾਣਾ। ਕੁਛ ਦੂਰ ਤੋਂ ਬਾਅਦ ਜਾਣ ਤੋਂ ਬਾਅਦ ਇੱਕ ਰਿਵਾਹ ਆਇਆ। ਉਸ ਰਿਵਾਹ ਕੋ ਛੋਟੀ ਨਹਿਰ, ਰਿਵਾਹ ਦੇ ਉੱਤੇ ਮੈਂ ਚੜ੍ਹੇ ਹਾਂ, ਅਤੇ ਅੱਗੇ 2 ਗੱਡੀ ਵਾਲੇ ਜਾ ਰਹੇ ਹਨ। ਉਹਨਾਂ ਨੇ ਮੈਨੂੰ ਦੇਖਿਆ, ਮੇਰੇ ਵੱਲ ਨੂੰ ਉਹ ਅੱਗੋਂ ਦੌੜੇ ਪਿੱਛੇ ਨੂੰ। ਮੈਂ ਰਿਵਾਹ ਤੋਂ ਨੀਚੇ ਉਤਰ ਗਿਆ। ਨਾਲ ਹੀ ਖੂਹ ਹੈ, ਹਲਟੀਆਂ ਸਾਡੇ ਜ਼ਮਾਨੇ ਖੂਹ ਦਾ ਜ਼ਮਾਨਾ ਸੀਗਾ, ਅਤੇ ਉੱਥੇ ਜਨਾਬ 2 ਸਰਦਾਰ ਬੈਠੇ ਸਿੱਖ। ਸਾਰੀ ਰਾਤ ਉਹਨਾਂ ਨੇ ਇਹੀ ਕਾਰੋਬਾਰ ਕੀਤਾ ਸੀ। ਅਤੇ ਮੈਨੂੰ ਦੇਖ ਕਹਿੰਦੇ ਕੌਣ ਹੈ ਤੂੰ? ਮੈਂ ਜੀ ਮੈਂ ਮੁਸਲਮਾਨ ਹਾਂ।
की होया तुहानू? मैं कहा जी वो दो बंदे मेरे वाल दौड़े आ रहे हैं। कहते चलो, वो निकले बाहर, वो गड्डी वाले अगे चले गए। थोड़ी दूर गए हैं, उसके बाद जनाब एक खेतों में एक औरत नज़र आई। ये सिख उन्होंने वाल दौड़े। औरत फटाफट आई है, मेरे कोल ही खूह सीगा, उस खूह च औरत ने छाल मार दी आप। ਉਹਦੇ ਬੰਦੇ ਨੂੰ ਉਹਨਾਂ ਨੇ ਫੜਿਆ ਔਰ ਮੇਰੇ ਸਾਹਮਣੇ ਕੀ ਕਰਨਾ ਸੀ, ਟਕਵੇ ਕੁਹਾੜੇ ਸੀ ਉਹਨਾਂ ਕੋਲ ਮੇਰੇ ਸਾਹਮਣੇ। ਉਸ ਖੇਤਾਂ ਵਿੱਚੋਂ 2 ਬੱਚੇ ਨਿਕਲੇ, ਇੱਕ ਲੜਕਾ ਤੇ 2 ਲੜਕੀਆਂ ਛੋਟੀਆਂ ਛੋਟੀਆਂ। ਉਹ ਵੀ ਆ ਗਈਆਂ ਮੇਰੇ ਕੋਲ, ਮੈਂ ਵੀ ਆ ਗਿਆ। ਫਿਰ ਅਸੀਂ ਅੱਗੇ ਟੁਰ ਪਏ। ਉਹ ਬੱਚੇ ਹੋਣਗੇ ਉਹਨਾਂ ਦੇ 2 ਜਿਹੜੇ ਉੱਥੇ ਉਹਨਾਂ ਦੇ ਹੋਣਗੇ ਜਾਂ ਉਸੇ ਜਗ੍ਹਾ ਦੇ ਹੋਣਗੇ। ਬਾਹਰ ਦੇ ਬੱਚੇ ਮੇਰੇ ਨਾਲ ਟੁਰ ਪਏ। ਉਹ ਤੁਹਾਡੇ ਤੋਂ ਵੀ ਛੋਟੇ ਸੀ? ਤਕਰੀਬਨ ਮੇਰੇ ਨਾਲ ਨਹੀਂ ਜਾਂ ਮੇਰੇ ਤੋਂ ਛੋਟੇ। ਇੱਕ ਮੇਰਾ ਅਜ਼ੀਜ਼ ਵੀ ਸੀਗਾ ਜਿਹੜਾ ਬਾਅਦ 'ਚ ਮੈਨੂੰ ਪਤਾ ਲੱਗਿਆ, ਤੇ ਅਨਵਾਰ ਉਹਦਾ ਨਾਂ ਸੀ। ਉਹਦੇ ਪਿੱਛੇ ਜ਼ਖਮ ਸਨ, ਬੱਚੇ ਪੁੱਛੇ ਲੱਗੇ ਛੋਟੇ ਮੋਟੇ। ਅੱਛਾ ਅੱਛਾ। ਜਿਸ ਵੇਲੇ ਅਸੀਂ ਜਾ ਥੋੜ੍ਹੀ ਦੂਰ ਅੱਗੇ ਗਏ ਹਾਂ ਤਾਂ ਦੇਖਿਆ ਕਿ ਇੱਕ ਖੂਹ ਦੇ ਉੱਤੇ ਹਲਟੀ ਚੱਲਦੀ ਪਈ ਹੈ ਤੇ ਔਰਤਾਂ ਸੁਬਾਹ ਦੀ ਰੋਟੀ ਲੈ ਕੇ ਆਈਆਂ। ਉਹਨੂੰ ਅਸੀਂ ਹਾਜ਼ਰੀ ਕਹਿੰਦੇ ਸੀ ਕਿ ਜ਼ਮਾਨੇ 'ਚ ਹਾਜ਼ਰੀ। ਸੁਬਾਹ ਰੋਟੀ ਲੈ ਕੇ ਆਉਂਦੀਆਂ ਔਰਤਾਂ ਸਿੱਖਣੀਆਂ। ਉਹ ਸਾਨੂੰ ਦੇਖ ਕੇ ਕਹਿੰਦੀ ਪੁੱਤ ਆ ਜਾਓ ਔਰ ਰੋਟੀ ਖਾ ਲਓ। ਬਹਿ ਗਿਆ ਸੀ, ਕੁਛ ਨੇ ਖਾਧਾ ਖੁੱਦਾ। ਕਹਿੰਦੇ ਪੁੱਤ ਥੋੜ੍ਹੀ ਥੋੜ੍ਹੀ ਖਾ ਲਓ, ਫਿਰ ਤੁਸੀਂ ਮੇਰੇ ਨਾਲ ਘਰ ਚੱਲੋ ਤੇ ਤੁਹਾਨੂੰ ਮੈਂ ਹੋਰ ਰੋਟੀ ਪਕਾ ਕੇ ਦਊਂਗੀ। ਉਹ ਸਿੱਖਣੀ ਕਹਿਣ ਲੱਗੀ। ਉਹ ਸਾਨੂੰ ਘਰ ਲੈ ਗਈ। ਉੱਥੇ ਜਨਾਬ ਜਾ ਕੇ ਉਹਨੇ ਰੋਟੀ ਪਕਾ ਦਿੱਤੀ। ਸਾਡੇ ਤੋਂ ਮੈਂ ਤਾਂ ਤਕਰੀਬਨ 24 ਘੰਟੇ ਹੋ ਚੁੱਕੇ ਸੀ, ਮੈਨੂੰ ਯਾਦ ਹੈ ਵੀ ਅਸੀਂ ਕੁਛ ਨਹੀਂ ਸਿਖਾਉਂਦਾ। ਅੱਛੇ ਘਰ ਦੇ ਲੋਕ ਸੀ, ਬਾਹਰ ਸਾਡੇ ਘਰ ਦੇ 'ਚ ਕੋਈ ਕਮੀ ਸ਼ੋਸ਼ ਕੋਈ ਨਹੀਂ ਸੀ ਐਸੀ, ਮਾਲੀ ਲਿਹਾਜ਼ ਨਾਲ ਅਸੀਂ ਸੌਣ ਸੀਗੇ। ਜਿਸ ਵਕਤ ਉੱਥੇ ਗਏ ਹਾਂ ਤੇ ਉਸ ਵਕਤ ਤਕਰੀਬਨ ਦਿਨ ਢਲਣ ਲੱਗ ਗਿਆ। ਜਦੋਂ ਅਸੀਂ ਉਹਨਾਂ ਦੇ ਘਰੋਂ ਇਰਾਦਾ ਕੀਤਾ ਵੀ ਮੇਰੇ ਕੋਲ ਜਾਣਾ, 2 ਸਿੱਖ ਸਾਡੇ ਨਾਲ ਉਹਨਾਂ ਦੇ ਘਰੋਂ ਸਾਡੇ ਨਾਲ ਚੱਲੇ ਵੀ ਚਲੋ ਤੁਹਾਨੂੰ ਮੇਰੇ ਕੋਲੇ ਦੀ ਜੂਹ 'ਚ ਵਾੜ ਕੇ ਆਈ ਹੈ ਜੂਹ। ਅਸੀਂ ਪਿੰਡ ਤੋਂ ਬਾਹਰ ਨਿਕਲੇ। ਪਿੰਡ ਨੂੰ ਮੈਂ ਦੇਖਿਆ ਕਿ ਮਸਜਿਦਾਂ ਵਿੱਚ ਅੱਗਾਂ ਲੱਗੀਆਂ, ਕੁਰਾਨ ਸ਼ਰੀਫ ਦੇ ਵਰਕੇ ਗਲੀਆਂ 'ਚ ਪਏ। ਇਹ ਮੈਂ ਉੱਥੋਂ ਗੁਜ਼ਰੇ। ਮੈਨੂੰ ਪਤਾ ਨਹੀਂ ਅੱਲਾ ਨੇ ਕੋਈ ਸ਼ਊਰ ਐਸਾ ਦਿੱਤਾ ਸੀ, ਕੋਈ ਸਮਝ ਨਾ ਆਲਾ। ਮੈਂ ਦੇਖਦਾ ਰਹੇਗਾ ਕੀ ਹੋ ਰਿਹਾ। ਜਿਸ ਵਕਤ ਅਸੀਂ ਪਿੰਡੋਂ ਬਾਹਰ ਨਿਕਲੇ ਹਾਂ ਜੀ, ਉੱਥੇ ਜਾ ਕੇ ਦੇਖਿਆ ਕਿ ਇੱਕ ਫੌਜ ਦੀ ਗੱਡੀ ਪਰੇ ਖੜੀ ਹੈ। ਜਿਨ੍ਹਾਂ ਨੇ ਸਾਨੂੰ ਦੇਖਿਆ ਔਰ ਫੌਰਨ ਸਾਡੇ ਕੋਲ ਆਈ ਉਹ ਗੱਡੀ, ਸਿੱਖਾਂ ਦੀ ਫੌਜ ਦੀ ਸੀਗੀ ਜਾਂ ਜੋ ਗੋਰਖਾ ਲਾ ਲਓ, ਡੋਗਰਾ ਲਾ ਲਓ, ਕੋਈ ਵੀ ਉਹਨਾਂ ਦੀ ਫੌਜ ਸੀ। ਉਹ ਸਾਡੇ ਜਿਹੜੇ 2 ਬੰਦੇ ਸਾਨੂੰ ਛੱਡਣ ਜਾ ਰਹੇ ਸੀਗੇ, ਉਹ ਸਾਨੂੰ ਛੱਡ ਕੇ ਦੌੜ ਗਏ। ਉੱਥੇ ਸਾਨੂੰ ਪੁੱਛਿਆ ਕੌਣ ਹੈ? ਮੈਂ ਕਿਹਾ ਮੁਸਲਮਾਨ। ਮੈਂ ਜ਼ਿਆਦਾ ਬੋਲਦਾ ਸੀ, ਕੁਛ ਪੜ੍ਹਿਆ ਤੀਜੀ ਚੌਥੀ ਪੜ੍ਹਦਾ ਸੀ। ਉਹ ਫਿਰ ਉਹਨਾਂ ਨੇ ਕਿਹਾ ਸਰਦਾਰ ਨੂੰ ਬੁਲਾ ਰਿਹਾ ਹੋਏ, ਪਰੇ ਦੌੜੇ ਜਾਂਦੇ ਸੀ। ਉਹਨਾਂ ਨੇ ਬੁਲਾ ਲਿਆ। ਬੁਲਾਉਣ ਤੋਂ ਬਾਅਦ ਕਿਹਾ ਇਹਨਾਂ ਨੂੰ ਜਾ ਕੇ ਮੇਰੇ ਕੋਲੇ ਜੂਹ 'ਚ ਵਾੜ ਕੇ ਆਓ। ਜ਼ੋਹਰ ਦਾ ਟਾਈਮ ਆ, ਅਸੀਂ ਨਾ ਮੇਰੇ ਕੋਲੇ ਜੂਹ 'ਚ ਵੜ ਗਏ। ਤਕਰੀਬਨ ਉੱਥੇ ਹਲਟੀ ਚੱਲਦੀ ਹੈ, ਲੋਕ ਪਾਣੀ ਪੀ ਰਹੇ। ਹੁਣ ਤੁਹਾਨੂੰ ਕੋਈ ਖਤਰਾ ਨਹੀਂ। ਅਗਲੀ ਗੱਲ ਇਹ ਹੈ ਕਿ ਮਲੇਰਕੋਟਲੇ ਦੇ ਵਿੱਚ ਮੈਂ ਆਪਣੇ ਬਜ਼ੁਰਗਾਂ ਕੋਲ ਸੁਣਿਆ ਸੀ ਕਿ ਸਾਡੇ ਇੱਕ ਬਜ਼ੁਰਗ ਇੱਥੇ ਆਰਮੀ 'ਚ ਮੁਲਾਜ਼ਮ ਹੈ। ਉਹਨਾਂ ਦਾ ਨਾਂ ਸੀਗਾ ਨਿਜ਼ਾਮਦੀਨ। ਇਸ ਘਰੋਂ ਮੈਂ ਸੁਣਿਆ ਸੀ, ਮੇਰੇ ਜ਼ਿਹਨ 'ਚ ਸੀਗਾ ਕਿ ਇੱਥੇ ਇੱਕ ਮੁਲਾਜ਼ਮ ਹੈ, ਉਹਦਾ ਨਾਂ ਨਿਜ਼ਾਮਦੀਨ ਹੈ ਅਤੇ ਬਿਗਲਮੈਨ ਹੈ। ਘਰਾਂ 'ਚ ਗੱਲ ਹੋਈ ਹੋਣੀ ਹੈ। ਅਤੇ ਮੈਂ ਇਹੀ ਜਾ ਕੇ ਉੱਥੇ ਮਲੇਰਕੋਟਲੇ ਵਾਲੇ ਜਿਨ੍ਹਾਂ ਦੇ ਸਿਰਾਂ 'ਤੇ ਲਾਲ ਟੋਪੀਆਂ ਫੂੰਦੀਆਂ ਵਾਲੀ ਜਿੱਦਾਂ ਬਾਦਪੁਰਾਂ ਦੀਆਂ ਹੁੰਦੀਆਂ ਸੀਗੀਆਂ, ਇਹ ਉਹਨਾਂ ਦਾ ਆਮ ਲੋਕਾਂ ਦੇ ਸਿਰਾਂ 'ਤੇ ਸੀ। ਮੈਂ ਉਹਨੂੰ ਪੁੱਛਿਆ ਕਿ ਇੱਥੇ ਕਿਲ੍ਹਾ ਕਿਹੜਾ? ਕਹਿੰਦੇ ਕਿ ਕਿਲ੍ਹਾ ਆਏਗਾ ਜਿੱਥੇ ਤੁਸੀਂ ਬੈਠੇ ਹੋ, ਇੱਕ ਕਿਲ੍ਹਾ ਇੱਥੋਂ ਜ਼ਰਾ ਦੂਰ ਹੈ। ਮੈਂ ਕਿਹਾ ਉੱਥੇ ਇੱਕ ਸੈਯਦ ਨਿਜ਼ਾਮਦੀਨ ਸ਼ਾਹ ਹੈਗੇ ਔਰ ਉਹ ਬਿਗਲਮੈਨ ਮਲੇਰਕੋਟਲੇ ਦੇ ਬੰਦੇ ਕੋਲ ਮੈਂ ਪੁੱਛਿਆ ਕਿ ਇੱਥੇ ਕਿਲ੍ਹਾ ਕਿਹੜਾ ਹੈ? ਉਹਨੇ ਕਿਹਾ ਜੀ ਕਿਲ੍ਹਾ ਤਾਂ ਇਹ ਹੈਗਾ, ਇੱਕ ਕਿਲ੍ਹਾ ਅੱਗੇ ਹੈਗਾ। ਠੀਕ ਹੈ। ਮੈਂ ਕਿਹਾ ਉੱਥੇ ਇੱਕ ਸੈਯਦ ਨਿਜ਼ਾਮੁਦੀਨ ਉਹਦਾ ਨਾਂ ਹੈ ਅਤੇ ਬਿਗਲਮੈਨ। ਉਹ ਕਹਿੰਦਾ ਚੱਲ ਕਾਕਾ ਮੈਂ ਤੈਨੂੰ ਲੈ ਚੱਲਾਂ। ਠੀਕ ਹੈ। ਉਹ ਮੈਨੂੰ ਲੈ ਕੇ ਤੁਰ ਪਿਆ। ਕੁਛ ਦੇਰ ਗਏ ਦੂਰ ਅਤੇ ਮੈਨੂੰ ਇੱਕ ਔਰਤ ਮਿਲੀ ਬੁਰਕੇ ਵਾਲੀ। ਉਹਦੇ ਨਾਲ 2 ਬੱਚੇ ਹੈ, ਇੱਕ ਦਾ ਨਾਂ ਹਫੀਜ਼ ਹੈ, ਇੱਕ ਦਾ ਲਤੀਫ ਹੈ। ਅੱਛਾ ਜੀ। ਉਹ ਇੱਧਰ ਆ ਗਏ ਸਨ, ਮੈਨੂੰ ਮਿਲੇ, ਮੁਲਾਕਾਤ ਹੋਈ ਮੇਰੀ। ਇੱਧਰ ਆਉਣ ਤੋਂ ਬਾਅਦ ਉਹ ਔਰਤ ਨੇ ਬੁਰਕੇ 'ਚੋਂ ਹੱਥ ਕੱਢ ਕੇ ਮੇਰੀ ਬਾਂਹ ਫੜ ਲਈ। ਉਹਨੂੰ ਬਾਬੇ ਨੂੰ ਕਹਿਣ ਲੱਗੀ ਬੰਦੇ ਨੂੰ ਕਿ ਭਾਈ ਇਹ ਮੁੰਡਾ ਤਾਂ ਸਾਡਾ ਹੈ। ਅੱਛਾ ਜੀ। ਉਹਨੇ ਬੰਦੇ ਨੇ ਸ਼ੁਕਰੀਆ ਅਦਾ ਕੀਤਾ ਕਿ ਮਾਈ ਅਗਰ ਤੁਹਾਡਾ ਤਾਂ ਬੜੀ ਖੁਸ਼ੀ ਹੋਈ, ਲੈ ਤੁਸੀਂ ਲੈ ਜਾਓ। ਠੀਕ ਹੈ। ਮੈਂ ਉਹਨਾਂ ਨਾਲ ਉਹਨਾਂ ਦੇ ਘਰ ਚਲਾ ਗਿਆ। ਉਹ ਨਿਜ਼ਾਮਦੀਨ ਉਸ ਮਾਈ ਦਾ ਬਾਪ ਸੀਗਾ। ਅੱਛਾ ਜੀ। ਜਿਸ ਮਾਈ ਨੇ ਮੇਰੀ ਬਾਂਹ ਫੜੀ, ਉਸ ਮਾਈ ਦਾ ਬਾਪ ਦਾ ਨਾਂ ਨਿਜ਼ਾਮਦੀਨ ਸੀਗਾ। ਉਹ ਆਪਣੇ ਲੁਧਿਆਣੇ ਤੋਂ ਉੱਥੇ ਆ ਗਿਆ ਸਨ।
गड़बड़ हुई ना जी, मलेरकोटले आ गए लुधियाने। ਉਹ ਤੁਹਾਨੂੰ ਕਿਵੇਂ ਜਾਣਦੀ ਸੀ? मेरी अजीज़ है ना जी, ਅੱਛਾ ਤੁਹਾਡੇ ਅਜ਼ੀਜ਼। उस जगह से जितों के मैं, लेकिन मुलाजम की वजह नाल लुधियाने रहंदे सन। ਠੀਕ ਹੈ, ਠੀਕ ਠੀਕ। उसके बाद जनाब मैं उन्होंने को रहन लग गया, 15 दिन 20 दिन के करीब मैं उन्होंने को रहा। तो उस दौरान जिन्हों का मैं जिक्र किया, काजी मुहम्मद हुसैन मेरे नाना ਜਿਹੜੇ जज सन होते, ठीक है। मैं जिक्र किया पहले, हाँ जी। वो भी आ गए, क्योंकि ईद पढ़ के घरों निकल गए सन, बच गए थे। उन्होंने नाल में रहा, लेकिन हालत ऐसे सी कि मेरा आगा पिछा क्योंकि कोई नहीं सीगा, नाना भी सी, सब कुछ सीगा, रिश्तेदारी भी सी। ये बच्चे भी मेरे अजीज थे, ਜਿਹੜੇ दोनों बड़े हैं, लतीफ़ भी तो हफीज़ भी। उन्होंने प्रोग्राम बनाया कि इनू किसी के सुपुर्द कर दईए जिसके औलाद ना होवे। प्रोग्राम बनया जनाब, उन्होंने जो एक लड़का जाकर का नाम है, वो मैनू लैके चौकी पुलिस के विच एक सिपाही के कोल लै गया, ਉਹਦੇ औलाद कोई नहीं सी। वो शाम ने मैं छड़िया, वो माई देख के बड़ी खुश हुई कि बड़ी खुशी है, कोशिश करो कि ये को मिल जान, नहीं तो असीं इहनूं अपना पुत बना लांगे। ये मैं बकरीद फिर उस माई के घर अदा की थी। ये जनाब उत्थों की थोड़ी जी कहानी है। उसके बाद थोड़ी कहानी जी पिछे चले जाइए, फलौर दे विच मेरी फुफी रहंदे सन, उन्होंने बेटा अब्दुस्तार सी, और उन्होंने नाल काफ़ी फैमिली सी जेड़े कि मुंतकिल जलंधर तो होकर फिर लाहौर, लाहौर तो फिर मियाँ चंद आ गए। मियाँ चंद एक चौधरी शाह मोहम्मद गुजरे ने, एक चौधरी इकराम गुजरे, बहुत बड़े आदमी जिम्मेदार, 24 जा कहते। वो लोग इन्हों को आके मुंतकिल हो गए, चक दे रहन लग गए। इन्हों चो एक लड़का अजीज़ा चो इकबाल शाह नाम जिदा मैं दसिया, वो चला गया कानवाई दे विच, फौज दे विच उस वक्त। फिर वो बंदा गया मलेरकोटले, उन्हें मेरा पता चलिया कि मेरे बड़े भाई शफकत साहब जोड़े ना जिन्हों की तस्वीर है, उन्होंने वो दोस्त सन, कोई अजीजदारी भी सी, दोस्त भी थे। उन्होंने पता चलिया कि उन्होंने एक भाई छोटा इमदाद मलेरकोटले आया है, उन्होंने किसी ने सांभिया नहीं। उन्हें क्या जोड़ा बंदा उन्होंने लैके आएगा, मैं उन्होंने लैके जावगा पाकिस्तान, ना मैं अपनी भैन को जावगा, ना किसी अपने बहन को जावगा, बाद देखी जाऊगी। वो बंदा जोड़ा मैं छड़ के आया जब सिपाही के घर बकरीद हो गई, उन्होंने मैंने कपड़े बना के दिते, मेरे को रिहा, वो मैंने रातों रात किया जाके लाया। इकबाल शाह मैनू लाहौर लाया कानवाई के नाल, एक रात जलंधर कटी या अमृतसर कटी, फौज के ट्रक सन, फौजी नाल काफ़ी लोग आए मलेरकोटले को, लेकिन उन्होंने अपना कोई बंदा नहीं आया। उन्होंने कहा मैं किसी ने भी लैके जा, वो मैं लाहौर छड़ गया, जिथे मैं दसिया जिक्र किया धर्मपुरा गली नंबर 23 है या मकान नंबर 13, ये मैं आके रहा। वो मेरे अजीज सन, कोई पहले उन्होंने को छड़ गया कि भी इमदाद शाह रख लो इतने, मैं 8 दिन बाद आवागा तो मैं इन मेरी फुफी के कोल मियाँ चंद छड़ आवागा। मेरी फुफी मियाँ चंद आ गए सन फलौर तो मैं इन्हूं मियाँ चंद छड़ आवांगे, अपने वारिस के कोल चले जाएगा। मैं रहा जी। इस दौरान शाम के टाइम मैं उस घर तो बाहर खड़ा कि मेरे वाले जोड़े लुधियाने सन जी, उन्होंने पता चल गया काफिला मुकम्मल शहीद हो चुका। वो फिर अपने लोगों ने नाल लाहौर आ गए। हाँ मैं उत्थे वाल्टन जो कैंप से बनया, उत्थे रहे, लभदे होंगे लोगों ने, कोई लभ जाए लभ जाए। इस दौरान मगरब के करीब मेरे वाले सामने आए तो मैं अगे खड़ा, हैरान मैं भी तो भी, बाहर वालों उन्होंने मैंने ले लिया। और अच्छा शाह जी, इत्थे इस मौके ते सानू मंजर दसो कि ना उन्होंने उम्मीद सी कोई कि मेरा बच्चा होना है, ना तुहानू उम्मीद सी। बिल्कुल जिस वेले तुसी अपने वालद नू वेख्या, अपने बाप नू देखिया और उन्होंने अपने लखते जिगर नू वेख्या, अज सानू मंजर ते दिखाओ साडियां अखां दे नाल, की मंजर सी वो? बेटे मैं उन्होंने वाल दौड़े हैं, वो दौड़े हैं, मैंने देख के हैरान भी होए कि छोटा है, बड़े बेटे नहीं आए, कोई होर नहीं आया। एक कितना बहरहाल मैं मिलिया जी, तो उन्होंने घर वाले उन्होंने कहा कि अब्बा जी ने कि बेटा भाई जी थोड़ी मेहरबानी, मैं अपने नाल लै जावां, मेरा बेटा है। वो सारे जानते सन जिथे असीं रहिंदे सी धर्मपुरे, असीं फिर उन्होंने नाल चले गए। एक बारी रोए तो होणगे गल लग के? मैं कहना जी क्या सीन मैं हुण अखां दसां तुहानूं किस तरह होया। अचानक एक आदमी नूं मिलदी है, पूरी फैमिली शहीद हो, पूरी डायरी मौजूद है बड़ी लिखी, उन्हें दसिया कि आ काफिले ते हमला होया, मुकम्मल शहीद हो गए,
मेरे अब्बा डैडी तो मौजूद है और बस्ते भी सी उन्होंने जो पाकिस्तान बने अपने बस्ते रखता बस दवाइयाँ छोटियाँ छोटियाँ कुछ ही रखनियाँ। तो उस वक्त जनाब मैनू नाल लै गए, मैं उन्होंने ही वाल्टन रहा, उन्होंने फिर मैं उकाड़े आया। उकाड़े तो मेरे को रह सका जिथे मैं रहा 5-7 दिन मैं रहा। उसके बाद उन्होंने पता चलिया कि भी इन मियाँ चलू जाना चाहिए, इसकी फुफी उत्थे हैगी है। वालद मोहतरम की भैन सीगी सकी। उन्होंने मेरे को हाफिज मोहम्मद सदीक साहब नाम याद है, उन्होंने नाल भेजा इतने मार्केट कमेटी पाई, हैड क्लर्क लगे सन इतने FSC से उस वक्त लुधियाने मुलाजम से। लुधियाने तो फिर आते ही इधर जगह मिल गई उन्होंने मार्केट कमेटी मियाँ चलू। उन्होंने फिर आके मेरे को जिस लिखे है उन्होंने कहा जी वो चक रहे थे 26 तक, वो मैंने 26 तक लै गए। उत्थे वो इकबाल साहब के भरा वगैरह काफ़ी रहते सन, 5-6 भरा से। उन्होंने कहा भाई स्टार साहब जोड़े उन्होंने तो शहर मकान ले लिया। असी पहले मकान गरीबाबाद में लाए थे, हिंदू मुसलमान का नवाज ही रहा है। जो कि मीर चंद सारा बिल है तो भाई सतार साहब जोड़े उन्होंने कोई मकान खोलना बड़ा उन्हें अच्छा नहीं समझे कि मैं क्यों मकान खोलना चाहिए। असी 1 साल पूरा गरीबाबाद मल रहा है। तो गरीबाबाद मल है हफीज़ पुट्टा इतने मशहूर आदमी है, वह वालद हबीब पुट्टा से असी उसके मकान च रहे हैं। उत्थों ही मैं नाल प्राइमरी स्कूल से दाखिल हो गया तो भाई होंगे हैड क्लर्क से। फिर असी तकरीबन 48 के इतने आए हैं, 48 के करीब। शाह जी ਇਹ ਸਾਨੂੰ ਦੱਸੋ ਕਿ ਜਿਹੜੇ ਕਾਫਲੇ 'ਚ ਤੁਸੀਂ ਟੁਰੇ ਸੀ जी ਤੇ ਘਰ ਦੇ ਕਿੰਨੇ ਜੀ ਟੁਰੇ ਸੀ ਤੁਸੀਂ ਪਾਇਲ ਤੋਂ? मैं दसा भी मेरे घर के 4 जी हैं, जिन्हों च वालदा है, ਵਾਲਦਾ ਸੀ। बड़ा भाई, उसके बाद छोटा भाई, मैं और मेरा छोटा भाई, एक भरजाई। ये मेरे घर के बंदे हैं। 3 ਭਰਾ 3 भरा, एक भरजाई, एक वालदा, 5 जी होर ये ਸਨ। मेरे घर के हैं। अच्छा नाल ही एक मेरे मामा जी रहंदे शरीफ शाह उन्होंने नाम से नाल दे घर वो तकरीबन 6 बच्चे थे। एक बच्ची 14-15 साल की, एक बच्चा 9-10 साल का सीगा, बाकी छोटे बच्चे से। ਉਹਨਾਂ ਦੇ ਨਾਂ ਦੱਸ ਦਿਓ, ਹੋ ਸਕਦਾ ਕੋਈ ਬਚ ਗਿਆ ਹੋਵੇ ਤੇ ਕਿਤੇ ਆਬਾਦ उन्हों का नाम शरीफ है, जेडे मामा साढ़े, जी। उन्होंने बेटे का नाम हनीफ है, ਹਨੀਫ ਸ਼ਾਹ, जेड़ा उस वक्त 9-10 साल का सी, मेरी उम्र का सी। ठीक है। बाकी छोटे बच्चे से। बड़ी बच्ची सी ज़ुबैदा उसका नाम सी, जी बच्ची उन्होंने 12-13 साल की उन्होंने नाम ज़ुबैदा सी। उन्होंने वालद रहमत अली भी नाल सन, नाना साढ़े, मेरी वालदा का नाना है। ਉਹ ਘਰ ਦੇ ਕਿੰਨੇ ਜੀ ਸਨ ਸਾਰੇ? वो तो तकरीबन 8 जी वो करते 8 ਜੀ ਉਹ ਸਨ, 5 ਜੀ 5 जी मेरे घर के। उन्होंने 8 के मैं नाम दसा भी 4 दिन नुमाइंदा है। जी। उन्होंने एक भाई बड़े हो गए शरीफ, उन्होंने नाम एक छोटा मुजम्मल भाई उन्होंने, एक उन्होंने वालद रहमत अली शाह, तो उन्होंने बीवी का नाम मजीदन सीगा, उन्होंने बेटी का ज़ुबैदा सीगा, उन्होंने बेटे का हनीफ सीगा, एक होर 2 बच्चे थे उन्होंने मैं नाम का नहीं पता होना। 6 ਜੀ ਤੁਸੀਂ ਬਣਦੇ ਹੋ, ਤੁਹਾਡੇ ਤੋਂ ਇਲਾਵਾ 5 ਜੀ ਹੋਰ हो गए वो 10 जी 8 जी हैं, 8 जी वो बन गए, 8 जी ਉਹ ਹੋ बन ਗਏ गए 14। हाँ। तो बाकी 3 जी और दसा, एक दिलवर हुसैन नाम है, उन्होंने वाइफ है, उन्होंने नाल एक बच्चा आरिफ, ये उसे साढ़े महल्ले चो है जी। एक चले गए नाना मेरे मामा चाचा यूनस सन, यूनस दे एक बेटी एक वालदा, वाइफ उन्होंने पहले ही आ गई थी अपने मापिया वाल। ये 3 जी हो गए। उसके बाद बहावल शेर अगे चलेगा, उसे घर चके जाके नाना रहमत अली नाल अगले पासे बहावल शेर है, वही नूह है, वह पुत गफूर है, वह पोता अनवार है, या इस तरह होर। फिर मेरा भाई जिथे व्याह सन पिंड से करौदियाँ, करीब पैल के करीब से करौदियाँ, वो पूरी फैमिली साढ़े घर आई सी। उन्होंने 2 बेटे, एक उन्होंने सहुरा, एक उन्होंने सस, एक उन्होंने साली। ये तकरीबन बंदे 5-7 बंदे तकरीबन 35-40 के करीब मैनू याद सी। ਤੁਹਾਡੇ ਕਰੀਬੀ ਰਿਸ਼ਤੇਦਾਰ 35-40 ਉਸ ਕਾਫਲੇ ਦੇ ਵਿੱਚ ਸਨ। ਤੁਹਾਡੇ 3 ਭਰਾ ਸਨ, ਭਾਬੀ ਸੀ, ਇੱਕ ਮਾਂ ਸੀ। हाँ ਉਹਨਾਂ ਚੋਂ ਤੁਹਾਨੂੰ ਕਦੇ ਕੋਈ ਨਹੀਂ ਮਿਲਿਆ? कदे भी नहीं है, कदे भी नहीं मिला। मैं दसा मेरे को 1.5 महीना, 1.5 तकरीबन 2 महीने रहे। ਔਰ ਅੱਜ 73 ਵਰੇ ਲੰਘ ਗਏ, बिल्कुल ਜਿਹੜੇ 40 ਜੀਆਂ ਦੇ ਨਾਲ ਤੁਸੀਂ ਪਾਇਲ ਸ਼ਹਿਰ ਛੱਡਿਆ ਸੀ। ਉਹਨਾਂ ਦੇ ਵਿੱਚੋਂ ਮੈਂ ਦੱਸਾਂ ਅੱਗੇ ਜਿਹੜੇ ਮੇਰੇ ਭਾਈ ਸ਼ਫਕਤ ਬੜੇ ਸਨ ਨਾ ਜੀ, ਇਹਨਾਂ ਦਾ ਸਹੁਰਾ ਸੀਗਾ ਇਬਰਾਹੀਮ, ਉਹਦਾ ਨਾਂ ਸੀ। ਉਹ 2 ਬੱਚਿਆਂ ਸਮੇਤ ਪਾਕਿਸਤਾਨ 'ਚ ਆ ਗਿਆ। ਇੱਕ ਯੂਨਸ ਬੱਚੇ ਦਾ ਨਾਂ, ਇੱਕ ਸਾਬਰ ਬੱਚੇ ਦਾ ਨਾਂ। ਉਹ ਮੇਰੇ ਵਾਲਦ ਮੁਹਤਰਮ ਨੂੰ ਮਿਲੇ ਆ ਕੇ ਇੱਥੇ ਆ ਕੇ ਕਹਾਣੀ ਦੱਸੀ, ਕੀ ਦੱਸੀ ਮੈਨੂੰ ਨਹੀਂ ਪਤਾ ਵੀ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ। ਉਹ ਕਾਫੀ ਦੇਰ ਜ਼ਿੰਦਾ ਰਿਹਾ। ਉਹ ਮਤਲਬ 3 ਬਈ ਤਕਰੀਬਨ ਬਾਕੀ ਜਿਹੜੇ ਸਾਡੇ ਨਾਲ ਦੇ ਬਿਲਕੁਲ ਅਜੀਜ਼ੋ ਘਰ
फैमिली होर है, नाई फैमिली है, उन्होंने 3 बंदे साढ़े नाल हैं, मतलब साढ़े महल्ले जाते थे अगले पासे। इस तरह काफ़ी महल्ले भी 40-45 हज़ार का बंदा, 16 हज़ार का बंदा काफला जड़े दस रहे 2 लोग है। थोड़ा अगला भी इंटरव्यू बाबे का होया ना, उन्हें भी यही किया 15-16 हज़ार का काफला है। और दराहा नहर जी है लाशा ना भरी सी, जिन्हें मैं कहना मोरा आलीपुरी नहर। ਤੁਹਾਡੇ ਘਰ ਦੇ ਜੀਆਂ ਚੋਂ ਜਿਹੜੇ ਭੈਣ ਭਰਾ ਨੇ, ਭਾਬੀ, ਮਾਂ, ਉਹ ਦੁਬਾਰਾ ਤੁਹਾਨੂੰ ਨਹੀਂ ਲੱਭੇ? कतन नहीं पता जी, कतन नहीं पता। मैं दसिया मैं रात रहे नहीं जो उत्थे कमादा या फसल च, अगले दिन मैं मलेरकोले पहुँच गया। मलेरकोले 1.5 महीना रहे हैं तो हुण इन्नी देर हो चुकी है। ਤੁਹਾਡੇ ਤੇ ਹਮਲਾ ਜਿਸ ਨਹਿਰ ਦੇ ਉੱਤੇ ਹੋਇਆ ਸੀ, हाँ जी, वो मोरा वाली नहर है। ਉਹ ਨਹਿਰ ਦਾ ਨਾਂ ਕੀ? मोरा वाली नहर, मोरा वाली, मोरा वाली। ਮੋਰਾਂ ਵਾਲੀ ਨਹਿਰ। हाँ, मलेरकोले और दरमियान साड़ी नहर है। वैसे फासला साढ़ा 12-14 मील ही सीगा या को उतो इन्ना ही सीगा, लेकिन अगर पहुँच जाते तो पहुँच जाते। मैं दसिया भी मैं तकरीबन उतों दौड़ पे खेत के आया था, ऐसी रिवायत चढ़े हैं जी लोगों को जाती है। मैं कितना फासला मैंने होएगा, ज़्यादा 2-4-10 मील होगा, 5-7 मील मैं सफ़र दिन कर लिया होगा। इन्ना ही किया ना जी, इन्ना ही फासला रहा होएगा जब साढ़े ते हमला होया। मेरे को इन्नी दूर रह गए सी। उस नहर उत्ते जाके साढ़ा मुलाजम तरीके नाल हमला होया। अकाली मैं देखे हैं, करपाना पाई हैं, पगड़ियाँ बनिया हुई हैं, ये भी देखे हैं मैं, मेरे कोल नहीं लंघते देखे हैं। तेजी ਕੀ ਤੁਹਾਨੂੰ ਲੱਗਦਾ ਹੈ ਕਿ ਉੱਥੋਂ ਦੀ ਫੌਜ ਤੇ ਪੁਲਿਸ ਉਸ ਹਮਲੇ ਦੇ ਵਿੱਚ बिल्कुल मुलव्वस है जी। उन्हें बकायदा दसिया साल बाद मेरे को पता चलिया कि उन्हें जो थानेदार से ना उन्हें जाके नहर के उत्ते जाके दरमियान से फैर किया, जिन्हें नाल के चारों पासे से साढ़े हमला हो गया। अगे नहर आ गई तो पिछे इधर उधर हमला हो गया। ਉਹ ਫਾਇਰ ਅਸਲ ਦੇ ਵਿੱਚ आगाह किया, ਅਗਾਹ ਕੀਤਾ ਸੀ। ਉਹਨੇ ਇੱਕ ਤਰ੍ਹਾਂ ਦੀ ਮੁਖਬਰੀ ਕੀਤੀ ਵੀ ਕਾਫਲਾ आ गया, पहुँच गया। बस दसिया भी नहर के दसिया भी बंदे ने छाला मारतियाँ, कोई मर खप गया कि ਉਂਝ कतल करके सुट दिता गया। नहर दसदे कि अटी पई सी नहर बंदे नाल, लोग बाद दसदे। मैं तो ਔਰਤਾਂ ਨੌਜਵਾਨ ਅਗਵਾ ਵੀ ਹੋਈਆਂ ਹੋਣਗੀਆਂ, बस खुद ही लै गया उनके चाके। इतना की कह सकते कोई देखा ही नहीं कुछ ऐसा। मेरे वालिद मोहतरम जुम्मतुल विदा पढ़न जाते सन उत्थे दसिया सरान शरीफ। मेरे बड़े भाई शफकत नूं 4 दिन पहले स्टेशन पर मिले। चावा स्टेशन सन लगता सी, स्टेशन सन कि लगता चावा 4 मील सी साढ़े जगह तो। उत्थे वो छड़ के गया, भाई ने मिल के गया, अब्बा जी कहते बेटा तुसीं घर चलो, मैं वापस इत्थे घर आना। जिस वेले वापस आए तो हमला हो चुका सी। जो मैं तो विदा पढ़िया या अगे रहे, फिर नहीं आ सके। अब्बा जी नाल मुलाकात नहीं हो सकी। मां ਅੱਜ ਤੁਸੀਂ ਖੁਦ ਕੋਈ 83 ਵਰਿਆਂ ਦੇ ਲਗਭਗ ਉਮਰ ਹੋ ਗਈ। 80 ਟੱਪ ਗਿਆ ਜੀ ਮੈਂ। ਹਾਂਜੀ, ਮਾਂ ਤਾਂ ਸਾਰੀ ਜ਼ਿੰਦਗੀ ਯਾਦ ਆਈ ਹੋਣੀ ਹੈ। मैं तो शक्ल तो भी ज़्यादा आशना नहीं मैं महसूस करता अपने को। माँ की मेरी शक्ल याद हो गई, हालांकि बड़ा सी मैं नाल ही सी, लेकिन मैंने भुल भुला गया सब कुछ। लेकिन याद इन्नी है कि उन्होंने नेकी का उनकी तस्वर करना। खानदान साढ़ा ऐसा जी, उसे पुराने जमाने सैयद है, नवे माहौल के नहीं है, पुराने जमाने सैयद है। चक्की पीसता मैंने याद है, वालदा पुत्र एक कोहड़ी सी, वो चक्की पीसते सन, नाल कुरान पाक रखा होंदा सी, दीवा मिट्टी का जलिया होंदा सी। ਅਸੀਂ ਸੁੱਤੇ ਪਏ ਸੀ 2 ਭਾਈ, मैं तो छोटा ये छोटे छोटे मैं तकरीबन 2 साल में दसिया किसी ने कहा जी वो तो असी देखिया शहीद हो गया। छोटा महमूद ਉਹਦਾ ਨਾਂ ਸੀ, 4-5 ਸਾਲ ਦਾ ਸੀ। ਕਿਸੇ ਨੇ ਦੱਸਿਆ। ਮੈਂ ਕਿਹਾ ਤੁਹਾਡੇ ਭਰਾਵਾਂ ਬਾਰੇ ਕਿਸੇ ਨੇ ਗਵਾਹੀ ਦਿੱਤੀ ਵੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ? नहीं कोई गवाही नहीं दी, ਕੋਈ ਗਵਾਹੀ ਵੀ ਨਹੀਂ। हाँ गवाही भी कोई नहीं। बाहर कुछ कोई कह दे बात भी इदा करता जी इदा करता, उन्हें तो हमला हो गया, उन्होंने जा फड़ लिया। ਕੋਈ ਜ਼ਿੰਦਗੀ ਦਾ ਸਬੂਤ ਵੀ ਨਹੀਂ। ਲੇਕਿਨ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਆਖਣਾ ਜੀ ਕਿ ਜੇਕਰ ਮਲੇਰਕੋਟਲਾ ਵਿੱਚ ਜਾਂ ਉਸ ਇਲਾਕੇ ਵਿੱਚ ਜਾਂ ਪਾਕਿਸਤਾਨ ਵਿੱਚ ਪਾਇਲ ਦੇ ਰਹਿਣ ਵਾਲੇ ਸੈयद ਕਿਸੇ ਜਗ੍ਹਾ ਵੀ ਪਾਇਲ ਦੇ ਰਹਿਣ ਵਾਲੇ ਸੈयद ਅਸੀਂ ਹੈ ਸਿਰਫ, ਉੱਥੇ ਹੋਰ ਕੋਈ ਸਿਰਫ ਸਾਡੀ ਫੈਮਿਲੀ ਹੈ, ਉਹ ਯਕੀਨਨ ਬਾਬਾ ਜੀ ਦੇ ਰਿਸ਼ਤੇਦਾਰ ਹੋਣਗੇ। ਬੁਖਾਰੀ ਸੈयद ਨੇ ਬਾਬਾ ਜੀ। ਤੇ ਬਾਬਾ ਜੀ ਇਹ ਦੱਸੋ, ਜਿਹੜੇ ਤੁਹਾਡੇ ਵਾਲਿਦ ਸੀ, ਸਬਰ ਦਾ ਪਹਾੜ ਸੀ ਉਹ ਵੀ, ਕਿ ਉਹਨਾਂ ਨੇ ਆਪਣੀ ਔਲਾਦ, ਅੱਜ ਅਸੀਂ ਸੋਚ ਸਕਨੇ ਹਾਂ, ਅਸੀਂ ਇਹ ਤਸੱਵਰ ਕਰ ਸਕਨੇ ਹਾਂ ਕਿ ਆਪਣੇ ਬੱਚੇ ਜਿਸ ਵੇਲੇ ਅਚਾਨਕ ਅੱਖਾਂ ਤੋਂ ਓਹਲੇ ਹੋ ਜਾਣ ਤੇ ਪਤਾ ਵੀ ਨਾ ਹੋਵੇ ਕਿ ਜਿਉਂਦੇ ਨੇ ਜਾਂ ਦੁਨੀਆ 'ਚ ਨਹੀਂ ਨੇ, ਤੇ ਯਾਦ ਉਹ ਵੀ ਕਰਦੇ ਸੀ ਤੁਹਾਡੇ ਕੋਲ ਬਹਿ ਕੇ? ਮੇਰੇ ਬਹੁਤ ਕੰਮ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ। ਮੇਰੇ ਦੇਖ ਕੇ ਕਿ ਇਹ ਤਾਂ ਉੱਥੋਂ ਦਾ ਗਵਾਹ ਹੈ, ਇਹਨੇ ਤਾਂ ਸਭ ਕੁਝ ਦੇਖਿਆ ਹੋਗਾ ਹਮਲੇ ਸ਼ਕਲ ਦੇ ਵਿੱਚ, ਤੇ ਮੇਰੇ ਨਾਲ ਬਹੁਤ ਕੰਮ ਗੱਲ। ਮੈਨੂੰ ਇਹੀ ਕਹਿਣਾ
कि काका मैं तेनू मिलने वास्ते आना। ये अक्सर चले जाते सन, बिहाड़ी का इलाका, ये मिलने वाले लोग सन, राजपूत ज़्यादातर। एक कंग महाराज जड़ा आला ये बस आप चले जाते थे। दवाई की शक्ल देने वास्ते किसी ने कहना भी कोई बीमार होना, बीमार पुराने बंदे राजपूत ज़्यादा मरीज सन। लुधियाने जिले के, जलंधर जिले के काफ़ी लोग मरीज भी थे, तो उन्होंने को चले जाते थे। लेकिन महीने बाद 2 महीने बाद आना, 2-4 दिन रहना। इतने मेरी पुप्पी सन ना, मेरे को पुप्पी ने मैंने पालिया ना, भाई सन इतने। वो जिस वक्त मार्केट कमेटी से छड़ी नौकरी उन्होंने, फिर वो बताओ रेंज अफसर मार्केट जंगलात रहे, फिर SDO होए, फिर DFO होए, फिर आखिरी पोस्ट होते DIG फॉरेस्ट पूरे पंजाब के सन। सईद अब्दुस्तार 210 मरे ने, 2010 ਦੇ ਵਿੱਚ ਉਹ ਫੌਤ ਹੋਏ ਨੇ। ਬਾਬਾ ਜੀ ਇਹ ਦੱਸੋ ਤੁਹਾਡੇ ਮਲੇਰਕੋਟਲਾ ਵਿੱਚ ਅੱਜ ਵੀ ਰਿਸ਼ਤੇਦਾਰ ਹੈ? ਅੱਜ ਵੀ ਬੈਠੇ ਆ। ਕਿਹੜਾ ਘਰ ਤੁਹਾਡਾ ਰਿਸ਼ਤੇਦਾਰ ਹੈ? ਆਹੀ ਦੱਸਿਆ ਨਾ ਮੈਂ, ਨਿਜ਼ਾਮਦੀਨ ਦੇ ਪੋਤੇ ਹੋਣਗੇ। ਨਿਜ਼ਾਮਦੀਨ ਦੇ ਪੋਤੇ? ਨਿਜ਼ਾਮਦੀਨ ਦੇ ਪੋਤੇ ਹੋਣਗੇ, ਪੋਤੇ ਹੈਗੇ ਉਹਨਾਂ ਦੀ ਅੱਗੇ ਔਲਾਦਾਂ ਹੋਣਗੀਆਂ। ਉਹ ਮੈਨੂੰ ਮਿਲਦੇ ਆ ਜੀ, 2 ਬੰਦੇ ਮੈਨੂੰ ਉੱਧਰੋਂ ਆਏ, ਇੱਧਰ ਸ਼ਾਦੀਆਂ ਹੋਈਆਂ ਉਹਨਾਂ ਦੀਆਂ, ਉਹ ਇੱਧਰ ਆ ਕੇ ਮੈਨੂੰ ਮਿਲੇ ਆ 2 ਸਾਲ ਪਹਿਲੇ ਵੀ। ਉਹਨਾਂ ਦੇ ਰਾਹੀਂ ਤੁਸੀਂ ਕੋਸ਼ਿਸ਼ ਨਹੀਂ ਕੀਤੀ ਪਤਾ ਕਰਾਉਣ ਦੀ? ਉਹਨੇ ਕਿਹਾ ਜੀ ਅਗਰ ਸਾਡਾ, ਅਸੀਂ ਤਾਂ ਪੂਰੀ ਕੋਸ਼ਿਸ਼ ਕੀਤੀ ਹੈ, ਸਾਰਾ ਇਲਾਕਾ ਪਤਾ ਕਰਾਇਆ, ਔਰਤਾਂ ਦਾ ਪਤਾ ਕਰਾਇਆ ਵੀ ਸ਼ਾਇਦ ਕੋਈ ਔਰਤ ਨੂੰ ਚੱਕ ਕੇ ਲੈ ਗਿਆ ਹੋਵੇ, ਕਿਉਂਕਿ ਉਹਨਾਂ ਦੀ ਆਪਣੀ ਅਜ਼ੀਜ਼ਾ ਸੀ ਜਿਹੜੀ ਮੇਰੀ ਮਾਮੀ ਸਕਦੀ ਸੀ ਨਾ ਜੀ, ਉਹਨਾਂ ਦੀ ਅਜ਼ੀਜ਼ਾ ਸੀਗੀ। ਜਿਹੜੇ ਮਾਮੀ ਸ਼ਰੀਫ ਮੈਂ ਦੱਸਿਆ ਨਾ, ਉਹਨਾਂ ਦੀ ਬੀਵੀ ਜਿਹੜੀ ਵਜੀਦਨ ਹੈ, ਉਹ ਉਹਨਾਂ ਦੀ ਅਜ਼ੀਜ਼ਾ 'ਚੋਂ ਸੀਗੀ। ਫਿਰ ਇਹ ਲੋਕ ਵੀ ਆ ਗਏ ਜਿਹੜੇ ਮੇਰੇ ਨਾਲ ਸੀ ਨਾ, ਮੈਂ ਹਫੀਜ਼ ਲਤੀਫ ਦਾ ਜ਼ਿਕਰ ਕੀਤਾ, ਇਹ ਲੋਕ ਮੁਲਤਾਨ ਆ ਗਏ। ਅੱਛਾ, ਦੂਸਰੀ ਗੱਲ ਇਹ ਕਿ ਇੱਕ ਫੈਮਿਲੀ ਸਾਡੀ ਸ਼ੇਖਾ ਦੀ ਉਹ ਪੈਦ ਰਹਿ ਗਈ। ਭਾਈਆਂ ਨੂੰ, ਮਾਮੇ ਨੂੰ ਸਾਨੂੰ ਕਿਹਾ ਕਿ ਤੁਸੀਂ ਨਾ ਜਾਓ, ਆਪਾਂ ਇਕੱਠੇ ਚੱਲਾਂਗੇ। ਇਹਨੇ ਕਿਹਾ ਨਹੀਂ, ਸਾਡੇ ਤਾਂ ਮੇਰੇ ਕੋਲ ਜਾਣਾ। ਸਾਰੇ ਚਲੇ ਗਏ, ਉਹ ਫੈਮਿਲੀ ਉੱਥੇ ਰਹਿ ਗਈ, ਸ਼ੇਖਾਂ ਦੀ ਫੈਮਿਲੀ। ਸਾਨੂੰ ਬਾਅਦ 'ਚ ਮੈਨੂੰ ਪਤਾ ਚੱਲਦਾ ਰਿਹਾ, ਮੈਂ ਛੋਟਾ ਸੀਗਾ ਲੇਕਿਨ ਸ਼ਊਰ ਰੱਖਦਾ ਸੀ ਕਿ ਉਹਨਾਂ ਨਾਲ ਸਿੱਖਾਂ ਨੇ, ਹਿੰਦੂਆਂ ਨੇ ਬੜਾ ਜ਼ੁਲਮ ਕੀਤਾ, ਔਰਤਾਂ ਨਾਲ ਇਹ ਹੈ ਵਾਹ ਫਲਾਣਾ। ਲੇਕਿਨ ਕੁਛ ਦੇਰ ਬਾਅਦ ਫਿਰ ਇੱਧਰ ਆ ਕੇ ਪਤਾ ਚੱਲਿਆ ਕਿ ਉਹਨਾਂ ਨੇ ਪੈਸੇ ਦਿੱਤੇ ਉਹਨਾਂ ਨੂੰ ਬਹੁਤ ਜ਼ਿਆਦਾ, ਔਰ ਅਮਨ ਦੇ ਨਾਲ ਉਹ ਸਰਹੰਦ ਸ਼ਰੀਫ ਚਲੇ ਗਏ। ਸਰਹੰਦ ਤੋਂ ਫਿਰ ਲੁਧਿਆਣਾ ਮੁਲਤਾਨ ਆ ਗਏ। ਮੁਲਤਾਨ ਦੇ ਮੇਅਰ ਰਹੇ ਨੇ ਉਹ ਸ਼ੇਖ ਮੁਹੰਮਦ ਸ਼ਫੀ ਸਾਹਿਬ, ਪਾਕਿਸਤਾਨ ਬਣਨ ਤੋਂ ਬਾਅਦ ਮੁਲਤਾਨ ਦੇ ਮੇਅਰ ਰਹੇ ਨੇ ਸਾਡੀ ਜਗ੍ਹਾ ਦੇ ਬੰਦੇ। ਉਹ ਪੂਰੀ ਸ਼ੇਖ ਫੈਮਿਲੀ ਨਹੀਂ ਨਿਕਲੀ ਘਰੋਂ ਸਾਡੇ ਨਾਲ, ਔਰ ਉਹਦੇ ਸਾਡੇ ਨਾਲ ਕਿਹਾ ਵੀ ਜ਼ੁਲਮ ਹੋ ਗਿਆ ਜੀ ਉਹਨਾਂ ਜੋ ਹੈ। ਲੇਕਿਨ ਜਦੋਂ ਇੱਧਰ ਆ ਕੇ ਪਤਾ ਚੱਲਿਆ ਉਹ ਅਮਨ ਨਾਲ ਆ ਗਏ। ਯਾਨੀ ਜਿਹੜੇ ਪਾਇਲ 'ਚ ਬੈਠੇ ਰਹਿ ਗਿਆ ਇੱਕ ਅੱਧਾ ਘਰ, ਹਾਂ, ਉਹ ਉਲਟਾ ਬਚ ਗਿਆ, ਬਚ ਗਏ। ਤੇ ਜਿਨ੍ਹਾਂ ਨੇ ਕਾਫਲੇ ਨਾਲ ਸਫ਼ਰ ਕੀਤਾ ਬਈ ਸਾਨੂੰ ਪਹੁੰਚਾਉਣੇ ਆ, ਮਲੇਰਲੇ ਪਹੁੰਚਾਉਣੇ ਆ, ਉਹ ਧੋਖੇ 'ਚ ਆ ਕੇ ਮਾਰੇ ਗਏ। ਜਿਹੜੇ ਲਿਜਾਣ ਵਾਲੇ ਸੀ ਉਹਨਾਂ ਨੇ ਜਾ ਕੇ ਅੱਗੇ ਕਤਲ ਕਰਵਾਤਾ ਕਾਫਲਾ। ਮੁਨਜ਼ਮ ਤਰੀਕੇ ਨਾਲ ਸਾਡੇ ਤੇ ਹਮਲਾ ਹੋਇਆ, ਮੁਨਜ਼ਮ ਤਰੀਕੇ ਨਾਲ। ਔਰ ਬਕੌਲ ਤੁਹਾਡੇ ਦੱਸਣ ਦੇ 16000 ਬੰਦੇ ਦਾ ਕਾਫਲਾ ਸੀ, ਕਾਫਲਾ, ਜਿਨ੍ਹਾਂ ਵਿੱਚੋਂ ਸ਼ਾਇਦ ਹੀ ਕੋਈ ਬਚਿਆ ਹੋਵੇ। ਹਾਂ, ਮਤਲਬ 200 400 500 1000 2000 ਬਚ ਗਿਆ ਕੀ ਹੈ। ਅਗਰ ਇੱਦਾਂ ਹੀ ਦੌੜ ਭੱਜ ਕਰ, ਜਿੱਦਾਂ ਮੈਂ ਕਹਿੰਦਾ ਮੈਂ ਆ ਗਿਆ, ਉੱਧਰ ਹੋਰ ਕੋਈ ਆ ਗਿਆ, ਜਾਂ ਕੋਈ ਉਹਦੇ ਪਾਸ ਚਲਾ ਗਿਆ। ਉਹ ਜਿੱਦਾਂ ਹੈ ਬਾਬਾ ਦੱਸਦਾ ਕਿ ਮੈਂ 2 ਦਿਨ ਪਹਿਲੇ ਬਸੀ ਚਲਾ ਗਿਆ, ਮੇਰੀ ਬਾਕੀ ਫੈਮਿਲੀ ਸ਼ਹੀਦ ਹੋ ਗਈ। ਇਹਨੇ ਬਾਬੇ ਨੇ ਦੱਸਿਆ ਨਾ, ਉੱਥੋਂ ਨਹੀਂ ਹੈ। ਇੱਕ ਹੋਰ ਬੰਦਾ ਹੈ ਜਿਹੜਾ ਕਿ ਸਾਡੇ ਸ਼ਹਿਰ 'ਚ ਆਇਆ, ਹਮਲਾ ਹੋਇਆ, ਸ਼ਹਿਰ 'ਚ ਰਿਹਾ। ਉਹ ਕਹਿੰਦਾ ਜੀ ਮੈਂ 3 ਦਿਨ ਖੇਤਾਂ 'ਚ ਰਿਹਾ, ਪਾਣੀ ਪੀਂਦਾ ਰਿਹਾ ਪੱਤਿਆਂ ਨਾਲ, ਫਿਰ ਮੈਂ ਮੇਰੇ ਕੋਲ ਪਹੁੰਚਿਆ। ਉਹ ਆਇਆ ਬਚ ਕੇ, ਬਾਪ ਦੇ ਉਹ ਕੱਲੇ, ਬਾਕੀ ਫੈਮਿਲੀ ਸਾਰੀ ਸ਼ਹੀਦ ਹੋ ਗਈ। ਬਿਲਕੁਲ ਟੁਕੜੇ ਕੀਤੇ ਮੇਰੇ ਸਾਹਮਣੇ ਬੰਦੇ ਦੇ ਉਹਦੇ। ਔਰ ਤਾਂ ਖੂਹ ਛਾਲ ਮਾਰੀ, ਉਹਨੂੰ ਲੱਭਣ ਲੱਗ ਗਿਆ ਵੀ ਕੱਢੀਏ ਬਾਹਰ। ਅਤੇ ਉਹ ਜਨਾਬ ਬੰਦੇ ਦੇ ਮੇਰੇ ਸਾਹਮਣੇ ਉਹਨਾਂ ਨੇ ਪਰਚੇ ਲਾਤੇ। ਮੈਂ ਉਸ ਵਕਤ ਆਦਮੀ ਦਾ ਦਿਲ ਕੀ ਹੈ, ਪੱਥਰ ਹੋਇਆ ਸੀ ਯਾਰ। ਕੀ ਮੈਂ ਕਹਿ ਸਕਦਾ, ਕੀ ਸੁਣ ਸਕਦਾ। ਇੱਕ ਸੀਗਾ ਲਗਨ ਕੇ ਚਲੋ ਉੱਥੇ ਚਲੇ ਜਾਈਏ, ਪਹੁੰਚ ਜਾਈਏ, ਸ਼ਾਇਦ ਕੋਈ ਉੱਥੇ ਪਹੁੰਚ ਜਾਵੇ। ਤੇ ਸ਼ਾਹ ਜੀ ਜਿਹੜੇ 2 ਬੱਚੇ ਤੁਹਾਡੇ ਨਾਲ ਆਏ ਸੀ, ਉਹ ਕਿੱਥੇ ਆਬਾਦ ਨੇ? ਉਹ ਪਤਾ ਨਹੀਂ, ਉੱਥੇ ਰਹਿ ਗਏ ਮੇਰੇ ਕੋਲ। ਮੈਨੂੰ ਉਹ ਬੰਦਾ ਲੈ ਕੇ ਟੁਰ ਪਿਆ ਨਾ ਜੀ ਨਿਜ਼ਾਮਦੀਨ ਦੇ ਵੱਲ। ਇਹ ਬੱਚੇ ਉੱਥੇ ਬਹਿ ਗਏ, ਕਿਸੇ ਨੂੰ ਦਾਣੇ ਮਿਲ ਗਏ, ਕਿਸੇ ਨੂੰ ਫੁੱਲੀਆਂ ਮਿਲ ਗਈਆਂ, ਕਿਸੇ ਨੂੰ ਖਾਣ ਨੂੰ ਕੁਛ ਮਿਲ ਗਿਆ, ਉੱਥੇ ਬਹਿ ਗਏ। ਉਹਨਾਂ ਦੋਨੇ ਨੇ ਆਪਣਾ ਨਾਂ ਨਹੀਂ ਦੱਸਿਆ ਸੀ ਕੋਈ? ਉਹਨਾਂ 'ਚ ਇੱਕ ਬੱਚਾ ਅਨਵਾਰ ਸੀਗਾ, ਅਨਵਾਰ, ਜਿਹੜਾ ਨਹੀਂ ਆਇਆ ਸਾਡੇ ਨਾਲ, ਘਰ ਰਹਿ ਗਿਆ ਸਿੱਖਾਂ ਦੇ। ਕਿ ਬਾਈ ਮੇਰੇ ਕੋਲ ਤੁਰਿਆ ਜਾਂਦਾ ਸੀ। ਬਾਈ ਕਹਿੰਦੇ ਤਾਂ ਭੈੜੇ ਭਾਈ ਨੂੰ, ਬਾਈ ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਉਹ ਸਿੱਖ ਨਹੀਂ ਕਹਿਣ ਲੱਗੀ ਕਾਕਾ ਕੋਈ ਗੱਲ ਨਹੀਂ, ਸਵੇਰੇ ਇਹਨੂੰ ਗੱਡੇ 'ਤੇ ਛੱਡ ਆਵਾਂਗੇ ਮੇਰੇ ਕੋਲ। ਉਹ ਕਿਹੜੇ ਪਿੰਡ ਵਿੱਚ ਰਹਿ ਗਿਆ ਸੀ? ਉਹ ਪਿੰਡ ਜਿਹੜਾ ਸਾਨੂੰ ਦੱਸਿਆ ਵੀ ਰਸਤੇ ਵਿੱਚ ਪਿੰਡ ਹੈ, ਅੱਗੇ ਮੇਰੇ ਕੋਲ ਆ ਗਿਆ। ਉਹ ਬਿਲਕੁਲ ਮਲੇਰਕੋਟਲੇ ਦੇ ਲਾਗੇ ਕਰੀਬ ਹੈ। ਉੱਥੇ ਅਨਵਾਰ ਨਾਂ ਦਾ ਬੱਚਾ ਰਹਿ ਗਿਆ ਸੀ। ਆ ਗਿਆ ਪਾਕਿਸਤਾਨ 'ਚ ਆ ਗਿਆ ਸੀ ਉਹ। ਅੱਛਾ। ਜ਼ਮੀਨਾਂ ਵਾਸਤੇ ਸਾਡੇ ਬਜ਼ੁਰਗਾਂ ਕੋਲ ਫਿਰਦਾ ਰਿਹਾ। ਬੜੇ ਕਾਜ਼ੀ ਮੁਹੰਮਦ ਸਾਹਿਬ ਦਾ ਜਿਹਦਾ ਮੈਂ ਜ਼ਿਕਰ ਕੀਤਾ ਨਹੀਂ, ਉਹ ਆ ਗਏ ਸਨ ਪਾਕਿਸਤਾਨ 'ਚ।
ਠੀਕ ਹੈ। ਉਹ ਸਿਆਲਕੋਟ ਰਹਿਣ। ਅੱਛਾ ਸਾਰੇ ਜ਼ਮੀਨਾਂ ਦੇ ਕਾਗਜ਼ਾਤ ਉਹਨਾਂ ਦੇ ਕੋਲ ਸੀਗੇ। ਉਹ ਅਨਵਾਰ ਉਹਦੇ ਕੋਲ ਫਿਰਦਾ ਰਿਹਾ, ਮੈਨੂੰ ਨਹੀਂ ਮਿਲਿਆ। ਉਹਨੂੰ ਦੱਸਿਆ ਹੀ ਹੋਣਾ ਕਿਸੇ ਨੇ ਵੀ ਇਮਦਾਦ ਵੀ ਬਚ ਕੇ ਆ ਗਿਆ। ਉਹ ਬੰਦਾ ਮੈਨੂੰ ਨਹੀਂ ਮਿਲਿਆ। ਬਹਾਵਲ ਸ਼ੇਰ ਦਾ ਪੋਤਾ ਹੈ, ਉਹਦੇ ਵਾਲਦ ਦਾ ਗਫੂਰ ਹੈ, ਉਹ ਸਾਡੇ ਆਪਣੇ ਅਜ਼ੀਜ਼ਾਂ 'ਚੋਂ ਹੈ, ਲੇਕਿਨ ਉਹ ਬੰਦਾ ਮੈਨੂੰ ਮਿਲਿਆ ਨਹੀਂ ਆ ਕੇ ਇੱਥੇ। ਠੀਕ। ਜ਼ਮੀਨ ਲੱਭਦਾ ਰਿਹਾ ਆਪਣੀ। ਬਾਬਾ ਜੀ ਤੁਹਾਡੀ ਕਹਾਣੀ ਸਿਰ ਤੋਂ ਲੈ ਕੇ ਪੈਰਾਂ ਤੱਕ ਦੁੱਖਾਂ ਨਾਲ ਭਰੀ ਹੋਈ ਹੈ। ਹਾਂਜੀ। ਪਰ ਮੈਂ ਤਾਂ ਤੁਹਾਡੇ ਹੌਸਲੇ ਨੂੰ ਵੇਖ ਕੇ ਸਲਾਮ ਪੇਸ਼ ਕਰਨਾ ਤੁਹਾਨੂੰ ਕਿ ਅਗਰ ਇਸ ਤਰ੍ਹਾਂ ਦੇ ਜ਼ੁਲਮ, ਇਸ ਤਰ੍ਹਾਂ ਦੀ ਜੁਦਾਈਆਂ, ਇਸ ਤਰ੍ਹਾਂ ਦੇ ਦੁੱਖ, ਇਸ ਤਰ੍ਹਾਂ ਦੇ ਰੋਗ ਕਿਸੇ ਪਹਾੜ ਨੂੰ ਲੱਗੇ ਹੁੰਦੇ ਤਾਂ ਪਹਾੜ ਵੀ ਅੱਜ ਕਾਲਾ ਹੋ ਜਾਣਾ ਸੀ, ਸੜ ਜਾਣਾ ਸੀ। ਤੇ ਤੁਹਾਡੀ ਜ਼ਾਤ ਤਾਂ ਪਹਾੜਾਂ ਤੋਂ ਵੀ ਜ਼ਿਆਦਾ ਮਜ਼ਬੂਤ ਹੈ, ਤਗੜੀ ਹੈ। ਬਸ ਜੀ ਗੱਲਾਂ ਨੇ ਕੋਈ ਅੱਗੇ ਜ਼ਿੰਦਾ ਰੱਖਦਾ ਸੀ। ਫਿਰ ਅੱਗੇ ਮੁਤਲਕੀਨ ਲੋਕ ਮੈਨੂੰ ਦੇਣੇ ਸੀਗੇ। ਮੇਰੇ ਬੱਚੇ ਹੋ ਗਏ 2, ਮੇਰੀ 6 ਬੱਚੀਆਂ, 5 ਬੱਚੀਆਂ ਆਪਣੇ ਘਰਾਂ 'ਚ ਵਿਆਹੀ ਗਈਆਂ। 6 ਬੱਚੀ 6ਵੀਂ ਆਪਾ ਹਾਜਾ ਜਰਾ ਉਹ ਮੇਰੇ ਕੋਲ ਹੈ। 2 ਬੱਚੇ ਆਪਣੇ ਬਰਸਰ ਰੋਜ਼ਗਾਰ हैं। एक ਬੱਚਾ MBA ਹੈ, ਡਬਲ MA ਕੀਤਾ ਸੀ, ਉਹ ਲੱਗਿਆ ਹੈ। ਇੱਕ ਛੋਟਾ ਸ਼ਬੀਰ ਸੈयद ਮੁਜ਼ੱਫਰ ਹੁਸੈਨ ਨਾਮ ਉਹਨਾਂ ਦਾ, ਅਤੇ ਛੋਟਾ ਬੱਚਾ ਮੇਰੇ ਕੋਲ ਹੈ ਸ਼ਬਰ ਹੁਸੈਨ, ਇਹ ਵੀ BA ਹੈ। ਇਹਦੇ ਮਾਸ਼ਾ 3 ਬੇਟੇ ਮੇਰੇ ਕੋਲ हैं। ਮੇਰੇ ਵਾਲਿਦ 57 'ਚ ਫੌਤ ਹੋ ਗਏ ਸੀ। 57 ਤੋਂ ਬਾਅਦ ਫਿਰ ਮੈਂ ਬਿਲਕੁਲ ਇਕੱਲਾ ਮਹਿਸੂਸ ਕੀਤਾ ਆਪਣੇ ਆਪ ਨੂੰ। ਵਾਹ ਕਿ ਮੈਂ ਇਕੱਲਾ ਹਾਂ। ਵਾਹ ਜੀ ਵਾਹ। ਅਤੇ ਉਸ ਤੋਂ ਬਾਅਦ ਮੈਨੂੰ ਆਪਣੀ ਜਾਬ ਦਾ ਵੀ ਫਿਕਰ ਹੋਇਆ। ਸਾਡੇ ਅਜ਼ੀਜ਼ਮ ਕੋਈ ਨੌਕਰੀ ਨਹੀਂ ਸੀ ਕਰਦਾ। ਵਾਲਿਦ ਸਾਹਿਬ ਜਿਹੜੇ ਤੁਹਾਡੇ ਫੌਤ ਹੋਏ ਨੇ ਤੁਹਾਡੇ ਕੋਲ ਸੀ? ਮੇਰੇ ਕੋਲ ਸਨ। ਤਾਂ ਦੱਸਿਆ ਮੈਨੂੰ ਉਹ ਪਹੁੰਚਾ ਕੇ ਨਾ ਜੀ ਮੀਆਂ ਚੰਨੂ ਉਕਾੜੇ ਤੋਂ ਆਪ 1.5 ਮਹੀਨੇ ਬਾਅਦ ਭੈਣ ਦੇ ਕੋਲ ਆਏ ਨੇ। ਇਸ ਸਦਮੇ ਨਾਲ ਕਿ ਮੈਂ ਭੈਣ ਨੂੰ ਕਿਵੇਂ ਮਿਲਾਂ, ਕੀ ਦੱਸਾਂ ਕੀ ਹੋਇਆ, ਮੇਰੀ ਫੈਮਿਲੀ ਤਬਾਹ ਹੋ ਗਈ। ਕਿ ਸਾਰਾ ਬਾਗ, ਸਾਰਾ ਚਮਨ, ਸਾਰਾ ਗੁਲਿਸਤਾਨ ਲੁੱਟਿਆ ਗਿਆ ਹੈ, ਤੇ ਉਸ ਮਾਲੀ ਦਾ ਕੀ ਹਾਲ ਹੋਣਾ ਹੈ। ਬਾਬਾ ਜੀ ਜਿਉਂਦੇ ਵਸਦੇ ਰਹੋ, ਤੁਸੀਂ ਸ਼ਾਦ ਰਹੋ, ਆਬਾਦ ਰਹੋ। ਅੱਲਾਹ ਤਾਲਾ ਹੋਰ ਬੜੀ ਮਿਹਰਬਾਨੀ ਹੈ ਅਜ਼ੀਜ਼ਮ। ਕੋਈ ਅਗਰ ਇਤਫਾਕ ਐਸਾ ਬਣ ਜਾਂਦਾ ਹੈ ਕਿ ਚਲੋ ਕੋਈ ਸ਼ਾਇਦ, ਮੈਂ ਕਹਿੰਦਾ ਉਹਨਾਂ ਦੀ ਔਲਾਦ ਸ਼ਾਇਦ ਕਿਤੇ ਬੜੇ ਭਾਈ ਦੀ, ਛੋਟੇ ਭਾਈ ਦੀ, ਜਾਂ ਕੋਈ ਅਜ਼ੀਜ਼ ਹੋਰ ਵੀ, ਮੈਨੂੰ ਸਾਰੇ ਪਿਆਰੇ हैं। ਮੇਰੇ ਪੀਰੋ ਮੁਰਸ਼ਦ ਸਾਹਿਬਜ਼ਾਦਾ ਸੈयद महमूद हसन गिलानी 1964 ਦੇ ਵਿੱਚ ਮੀਆਂ ਚੰਨੂ ਆਏ ਨੇ। ਮਸਜਿਦ ਗੌਸੇ 'ਚ ਬਤੌਰ ਖਤੀਬ ਕੰਮ ਕੀਤਾ 1971 ਤੱਕ। ਸਾਨੂੰ 71 ਤੋਂ ਬਾਅਦ ਇੱਕ ਹਲਕਾ ਬਸਤੀ ਹੈਗੀ ਹੈ ਮੀਆਂ ਚੰਨੂ ਮੇਰਾਬਾਦ, ਉੱਥੇ ਉਹਨਾਂ ਨੇ ਆਪਣੀ ਰਿਹਾਇਸ਼ ਰੱਖ ਲਈ। ਮੇਰਾ 1964 ਤੋਂ ਲੈ ਕੇ 2001 ਜੋ ਦਾ ਇੰਤਕਾਲ ਹੋਇਆ, ਮੇਰਾ ਤਲਕ ਰਿਹਾ। रूहानी तौर पर बड़े आलम फाजल और अजमेर शरीफ के पढ़े सन। अच्छा 1953 चो उतों अजमेर शरीफ तो पढ़ के आया 1953 उसके बाद को मुल्तान फिर चांगल को होर इलाके रहे तो 1974 64 से मीर चंदू आए थे तो 71 से फिर मस्जिद छड़ दी। उसके बाद फिर अपने घर ही रहे। 2001 के उन्होंने इंतकाल होया। मेरे ज़्यादा करीबी चौधरी गुलाम महीउद्दीन है, नाल ही बैठे ने, ये भी उन्होंने मरीज़ हैं, मैं भी उन्होंने मुतलक हैं। तो न्याजमंदी उन्होंने इन्नी है कि शफकत फरमाई उन्होंने, सैयद होने की सीट नाल बड़ी मेहरबानी फरमाई उन्होंने। मेहरबानी बाबा जी, जिंदे वसते रहो।